हाँ जी, सत श्री अकाल जी साਰਿਆਂ ਨੂੰ। ਅੱਜ ਜਿਸ ਟੌਪਿਕ 'ਤੇ ਗੱਲ ਕਰਨ ਦਾ ਮਨ ਬਣਿਆ, ਅੱਜ ਮੈਂ ਸੋਚਿਆ ਵੀ ਕਿਉਂ ਨਾ ਗੱਲ ਨੂੰ ਸ਼ੇਅਰ ਕਰ ਲਿਆ ਜਾਵੇ, ਡਿਸਕਸ ਕਰ ਲਿਆ ਜਾਵੇ, ਤੁਹਾਡੇ ਸੁਝਾਅ ਲੈ ਲਏ ਜਾਣ। ਕਿਉਂਕਿ ਇਸ ਟਾਈਮ ਜਿਹੜਾ ਮੁੱਦਾ ਆ, ਜਿਹੜਾ ਮਸਲਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਾਫੀ ਭਖਿਆ ਹੋਇਆ ਆ। ਆਪਣੇ ਸਿਆਸਤ ਨੂੰ ਲੈ ਕੇ ਬਹੁਤ ਭਖਿਆ ਹੋਇਆ, ਕਿਉਂਕਿ ਦਿਨ ਰਹਿ ਗਏ ਗਿਣਤੀ ਦੇ। ਠੀਕ ਹੈ ਜੀ, ਸਰਕਾਰ ਨਵੀਂ ਆ ਜਾਣੀ ਹੈ। ਨਵੀਂ ਸਰਕਾਰ ਦੇ ਬਹੁਤ ਥੋੜ੍ਹੇ ਦਿਨ ਮਤਲਬ ਰਹਿ ਗਏ ਨਵੀਂ ਸਰਕਾਰ ਆਉਣ ਦੇ ਵਿੱਚ, ਅਤੇ ਹਰੇਕ ਦੀ ਭੱਜ ਦੌੜ ਲੱਗੀ ਹੋਈ ਆ ਵੀ ਅਸੀਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਮੋਹਰੇ ਕਰੀਏ, ਹੈ ਨਾ। ਇੱਕ ਤੋਂ ਇੱਕ ਸਟੈਪ ਅੱਗੇ ਪੱਟਦੇ ਨੇ, ਕੋਸ਼ਿਸ਼ ਕਰਦੇ ਨੇ ਵੀ ਹਾਂ ਵੀ ਕਿਤੇ ਨਾ ਕਿਤੇ ਅਸੀਂ ਪਿੱਛੇ ਨਾ ਰਹਿ ਜਾਈਏ। ਚਾਹੇ ਕੋਈ ਵੀ ਪਾਰਟੀ ਆ, ਚਾਹੇ ਅਕਾਲੀ ਦਲ ਆ, ਚਾਹੇ ਆਮ ਆਦਮੀ ਪਾਰਟੀ ਆ, ਚਾਹੇ ਕਾਂਗਰਸ ਆ, ਚਾਹੇ ਕੋਈ ਵੀ ਪਾਰਟੀ ਆ। ਪਰ ਗੱਲ ਮੇਨ ਇਹ ਚੀਜ਼ ਆਉਂਦੀ ਆ, ਕੰਪੀਟੀਸ਼ਨ ਚਲੋ ਹਰੇਕ ਦੇ ਵਿੱਚ ਹੁੰਦਾ ਆ, ਚਲੋ ਹਰੇਕ ਪਾਰਟੀ ਦੇ ਵਿੱਚ ਕੰਪੀਟੀਸ਼ਨ ਹੁੰਦਾ, ਪਰ ਮੇਨ ਚੀਜ਼ ਗੱਲ ਇੱਕ ਆਉਂਦੀ ਆ ਵੀ ਮੈਂ ਟਾਈਟਲ ਜਿਹੜਾ ਤੁਸੀਂ ਦੇਖ ਰਹੇ ਹੋ, ਇਸ ਟਾਈਟਲ ਦੇ ਵਿੱਚ ਸਭ ਤੋਂ ਵੱਡੀ ਗੱਲ ਇਹੀ ਕੀਤੀ ਆ ਵੀ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਸਿਰਫ ਅਤੇ ਸਿਰਫ ਆਮ ਆਦਮੀ ਪਾਰਟੀ ਦਾ ਹੀ ਵਿਰੋਧ ਕਿਉਂ ਕਰ ਰਹੀਆਂ ਨੇ, ਭਗਵੰਤ ਮਾਨ ਦਾ ਹੀ ਵਿਰੋਧ ਕਿਉਂ ਕਰ ਰਹੀਆਂ ਨੇ। ਇੱਕ ਸਮਾਂ ਇੱਦਾਂ ਦਾ ਸੀ ਜਿਸ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ ਸੀ। ਨਵਜੋਤ ਸਿੰਘ ਸਿੱਧੂ ਹੋ ਗਿਆ, ਕੈਪਟਨ ਅਮਰਿੰਦਰ ਸਿੰਘ ਹੋ ਗਿਆ, ਜਾਂ ਕੋਈ ਵੀ ਬੰਦਾ ਜਿਹੜਾ ਸੀਗਾ ਉਹ ਗੱਲ ਨਹੀਂ ਕਰਦਾ ਸੀ, ਗੱਲਬਾਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ ਸੀਗਾ ਵੀ ਅਸੀਂ ਗੱਲ ਹੀ ਕਿਉਂ ਕਰੀਏ, ਕਿਉਂਕਿ ਉਹਨਾਂ ਨੂੰ ਬਿਲਕੁਲ ਛੋਟੇ ਲੈਵਲ ਦੀ ਇੱਕ ਪਾਰਟੀ ਸਮਝਿਆ ਜਾਂਦਾ ਸੀ। ਪਰ ਹੁਣ ਜਦੋਂ ਪਾਰਟੀ 2021-2022 ਦੇ ਵਿੱਚ ਪਾਰਟੀ ਉੱਭਰ ਕੇ ਆਈ ਹੈ, ਅਤੇ ਇਸ ਪਾਰਟੀ ਨੇ ਲਗਭਗ ਸਾਰਿਆਂ ਦੀਆਂ ਨੀਂਦਾਂ ਉਡਾਤੀਆਂ। ਕਿਉਂਕਿ ਮੇਨ ਚੀਜ਼, ਅਸੀਂ 70 ਸਾਲਾਂ ਦੇ ਨੇ, ਲਗਭਗ ਜਦੋਂ ਦੇ 70 ਸਾਲ ਹੋ ਚੁੱਕੇ ਨੇ, ਅਤੇ ਲਗਭਗ 26 ਸਾਲ ਦਾ ਕਾਂਗਰਸ ਬਣਦੀ ਆਈ ਆ, 18-19 ਸਾਲ ਜਿਹੜੀ ਹੈਗੀ, 18 ਸਾਲ ਸਰਕਾਰ ਜਿਹੜੀ ਹੈਗੀ ਆ ਅਕਾਲੀ ਦਲ ਦੀ ਬਣੀ ਆ ਪੰਜਾਬ ਦੇ ਵਿੱਚ, ਜਦੋਂ ਉਹ ਪੰਜਾਬ ਹੋਂਦ ਵਿੱਚ ਆਇਆ ਆ। ਪਰ ਮੇਨ ਪੁਆਇੰਟ ਇਸ ਚੀਜ਼ ਦਾ ਆਉਂਦਾ ਆ ਵੀ ਸਾਰੀਆਂ ਜਿੰਨੀਆਂ ਪਾਰਟੀਆਂ ਨੇ ਹੁਣ ਆਮ ਆਦਮੀ ਪਾਰਟੀ ਦਾ ਹੀ ਵਿਰੋਧ ਕਿਉਂ ਕਰ ਰਹੀਆਂ ਨੇ। ਇੱਕ ਟਾਈਮ ਅਕਾਲੀ ਦਲ ਕਾਂਗਰਸ ਦੀ ਗੱਲ ਚੱਲਦੀ ਹੁੰਦੀ ਸੀਗੀ, ਪਰ ਅੱਜ ਜਿਹੜੀ ਗੱਲ ਹੈ ਵੀ ਅੱਜ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਆਮ ਆਦਮੀ ਪਾਰਟੀ ਨੂੰ ਹੀ ਘੇਰਨ ਨੂੰ ਕਿਉਂ ਲੱਗੀਆਂ ਹੋਈਆਂ ਨੇ। ਜੇ ਕਿਤੇ ਕੋਈ ਮੁੱਦਾ ਨਹੀਂ ਨਿਕਲਦਾ ਤਾਂ ਇੱਕ 2013 ਦਾ ਜਿਹੜਾ ਦੱਬਿਆ ਹੋਇਆ ਮੁੱਦਾ ਜਿਹੜਾ ਅੱਜ ਉਹ ਕੱਢ ਕੇ ਬਾਹਰ ਬਹਿ ਜਾਂਦੇ ਨੇ, ਜਿਹਦੇ ਵਿੱਚ ਭੁੱਲਰ ਸਾਹਿਬ ਦੀ ਰਿਹਾਈ ਦੇ ਬਾਰੇ ਗੱਲਾਂ ਹੁੰਦੀਆਂ ਨੇ ਵੀ ਭੁੱਲਰ ਸਾਹਿਬ ਨੂੰ ਰਿਹਾ ਕੀਤਾ ਜਾਵੇ। ਉਹਦਾ ਜਿਹੜਾ ਮੁੱਦਾ ਬਣਾ ਕੇ ਜਿਹੜਾ ਹੈਗਾ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਪਿਛਲੇ ਦਿਨੀ ਭਗਵੰਤ ਮਾਨ ਸਾਹਿਬ ਦੀ ਰੈਲੀ ਜਿਹੜੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਸੀ, ਉਸ ਟਾਈਮ ਵੀ ਇਹਨਾਂ ਦੇ ਉੱਤੇ ਮਤਲਬ ਉਹਨਾਂ ਨੂੰ ਘੇਰਿਆ ਜਾਂਦਾ, ਉਹਨਾਂ ਨੂੰ ਪੁੱਛਿਆ ਜਾਂਦਾ ਆ ਵੀ ਤੁਸੀਂ ਰਿਹਾ ਕਿਉਂ ਨਹੀਂ ਕਰਵਾਉਂਦੇ। ਬਈ ਇੱਕ ਮੇਰੇ ਕੁਛ ਸਵਾਲ ਸੀ, ਮੇਰੇ ਕੁਛ ਗੱਲਾਂ ਸੀਗੀਆਂ, ਮੈਂ ਕਿਹਾ ਚਲੋ ਇਹ ਗੱਲਾਂ ਬਣਦੀਆਂ ਨੇ, ਕਰਨੀਆਂ ਬਣਦੀਆਂ ਨੇ। ਕਿਉਂਕਿ ਜਦੋਂ ਮੈਂ ਨੌਲੇਜ ਇਕੱਠੀ ਕੀਤੀ ਵੀ ਭੁੱਲਰ ਸਾਹਿਬ ਅਰੈਸਟ ਕਿਹੜੀ ਸਰਕਾਰ 'ਚ ਹੋਏ ਸੀ, ਭੁੱਲਰ ਸਾਹਿਬ ਨੂੰ ਅਰੈਸਟ ਕਿਹੜੀ ਸਰਕਾਰ ਨੇ ਕੀਤਾ ਸੀ, ਸਭ ਤੋਂ ਪਹਿਲਾਂ ਉਹ ਦੇਖਣਾ ਜ਼ਰੂਰੀ ਆ। ਉਸ ਤੋਂ ਬਾਅਦ ਜਿਹੜੀਆਂ ਬਾਕੀ ਸਰਕਾਰਾਂ ਆਈਆਂ ਉਹਨਾਂ ਨੇ ਕੀ ਕੀਤਾ, ਕਿਉਂਕਿ ਪੰਜਾਬ 'ਚ ਸਿਰਫ ਦੋ ਹੀ ਸਰਕਾਰਾਂ ਰਹੀਆਂ, ਅਕਾਲੀ ਕਾਂਗਰਸ, ਅਕਾਲੀ ਕਾਂਗਰਸ, ਅਕਾਲੀ ਕਾਂਗਰਸ। ਕਿਉਂਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਸ਼ਾਇਦ ਮੇਰੇ ਹਿਸਾਬ ਨਾਲ ਜਿੱਥੇ ਤੱਕ ਮੈਂ ਰਾਈਟ ਹਾਂ, ਜੇ ਮੈਂ ਗਲਤ ਹੋਇਆ ਥੋੜ੍ਹਾ ਜਿਹਾ ਮੈਨੂੰ ਦੱਸ ਦਿਓ, ਵੀ ਭੁੱਲਰ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੁੰਦੀ ਆ ਉਹ ਅਕਾਲੀ ਦਲ ਦੇ ਰਾਜ ਵਿੱਚ ਹੁੰਦੀ ਆ। ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਕੌਣ ਅਰੈਸਟ ਕੀਤਾ ਗਿਆ, ਕੌਣ ਕੀ ਕੀਤਾ ਗਿਆ, ਕੌਣ ਨਹੀਂ ਗਿਆ। 2013 ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਨੇ ਇਹ ਬੀੜਾ ਚੱਕਿਆ ਵੀ ਜਿਹੜੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾਵੇ, ਅਤੇ ਉਹਦਾ ਜੇ ਉਹਨਾਂ ਨੇ ਮੁੱਦਾ ਉਸ ਟਾਈਮ ਚੱਕਿਆ ਸੀ, ਅਤੇ ਮੈਨੂੰ ਲੱਗਦਾ ਕੋਈ ਮਾੜੀ ਗੱਲ ਨਹੀਂ ਕਹੀ ਸੀ। ਪਰ ਅੱਜ ਜਦੋਂ ਭਗਵੰਤ ਮਾਨ ਨੂੰ ਅਨਾਊਂਸ ਕਰ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਦੇ ਵਿੱਚ ਸਾਡੇ ਸਿੱਖ ਜਥੇਬੰਦੀਆਂ ਵਾਲੇ ਜਿਹੜੇ ਹੈਗੇ ਆ ਉਹ ਇੱਕ ਪਾਸਾ ਕਰ ਜਾਂਦੇ ਆ ਵੀ ਭਗਵੰਤ ਮਾਨ ਹੀ ਹੁਣ ਸਰਕਾਰ ਦਾ ਮੇਨ ਥੰਮ ਬਣ ਚੁੱਕੀ ਹੈ, ਅਤੇ ਹੁਣ ਕਿਉਂ ਨਾ ਇਹਨੂੰ ਦੱਬਿਆ ਜਾਵੇ। ਨਿੱਕੇ ਨਿੱਕੇ ਮੁੱਦੇ ਜਿਹੜੇ ਹੈਗੇ ਆ ਉਹਨੂੰ ਦੱਬਣਾ ਸ਼ੁਰੂ ਕਰ ਦਿੰਦੇ ਨੇ। ਕਿਉਂਕਿ ਕੱਲ ਮੈਂ ਗੱਲ ਇਹ ਇਸ ਕਰਕੇ ਕਰ ਰਿਹਾ ਕਿਉਂਕਿ ਸ਼ਾਇਦ ਤੁਸੀਂ ਭੁੱਲ ਨਾ ਜਾਓ, ਕਿਉਂਕਿ ਪਿਛਲੇ ਦਿਨੀ ਕੱਲ੍ਹ ਦੀ ਗੱਲ ਕਰ ਰਿਹਾ, ਕੱਲ੍ਹ ਜਿਹੜੇ ਅਸੀਂ ਲੋਕ ਜਿਹੜੇ 1984 ਦੀਆਂ ਗੱਲਾਂ ਕਰਦੇ ਸੀ, ਹਰੇਕ ਸਾਲ ਅਸੀਂ 84 ਦਾ ਕਾਲਾ ਦਿਨ ਮਨਾਉਂਦੇ ਹਾਂ, ਪਰ ਕੱਲ੍ਹ ਜਦੋਂ 1984 ਦਾ ਕਾਲਾ ਦਿਨ ਮਨਾਉਣ ਦੀ ਗੱਲ ਜਦੋਂ ਉੱਥੇ ਆਪਣੇ ਰਾਹੁਲ ਗਾਂਧੀ ਜੀ ਆਉਂਦੇ ਨੇ, ਅਤੇ ਸਾਡੀ ਕਿਸੇ ਵੀ ਜਥੇਬੰਦੀ ਨੇ ਉਹਨੂੰ ਰੋਕਿਆ ਨਹੀਂ। ਬੜੇ ਸਹਿਜੇ ਤਰੀਕੇ ਨਾਲ ਮੇਰੇ ਕੋਲ ਇੱਕ ਵੀਡੀਓ ਵੀ ਆਉਂਦੀ ਆ, ਉਸ ਵੀਡੀਓ ਦੇ ਵਿੱਚ ਲੋਕ ਕਈ ਤਾਂ ਨੰਗੇ ਸਿਰੇ ਤੁਰੇ ਫਿਰਦੇ ਨੇ। ਬਈ ਇਹ ਬੇਅਦਬੀ ਨਹੀਂ ਹੈ, ਇਹ ਬੇਅਦਬੀ ਨਹੀਂ ਹੈਗੀ ਵੀ ਤੁਸੀਂ ਜੇ ਕੋਈ ਵੀ ਮੰਤਰੀ ਜਾਂ ਕੋਈ ਵੀ ਉੱਥੇ ਜਾਂਦਾ ਹੈ, ਅਤੇ ਉਸ ਮੰਤਰੀ ਨੂੰ ਕੋਈ ਹੈ ਹੀ ਨਹੀਂ ਕਿਸੇ ਤਰੀਕੇ ਨਾਲ ਵੀ ਕੀ ਉਹਨੂੰ ਇੰਨੀ ਸੁਰੱਖਿਆ ਦੇ ਰਹੇ ਹੋ। ਫਿਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਯਾਰ ਵਾਕਈ ਇਹ ਜਿਹੜੇ ਲੋਕ ਰਲੇ ਹੋਏ ਨੇ ਇਹ ਸਿਰਫ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰ ਰਹੇ ਨੇ, ਨਾ ਕਿ ਕਿਸੇ ਹੋਰ ਨੂੰ। ਅਸੀਂ 70 ਸਾਲਾਂ ਦੇ ਵਿੱਚ ਅਸੀਂ ਹੁਣ ਤੱਕ ਪੰਜਾਬ ਦੇ ਵਿੱਚ ਕਮਾਇਆ ਕੀ ਆ, ਅਸੀਂ ਪੰਜਾਬ ਦੇ ਵਿੱਚ ਅਸੀਂ ਕੀ ਖੱਟਿਆ ਕੀ ਆ ਹੁਣ ਤੱਕ। ਮੈਂ ਤਾਂ ਉਸ ਦੇ ਬਾਰੇ ਆਪਾਂ ਗੱਲ ਕਰ ਰਹੀ ਹੈ। ਪੰਜਾਬ ਦੇ ਵਿੱਚ ਪੰਜਾਬ ਨੇ ਕਦੀ ਡਰੱਗ ਨਸ਼ਾ ਨਹੀਂ ਦੇਖਿਆ ਸੀ, ਉਹ ਦੇਖ ਲਿਆ। ਪੰਜਾਬ ਨੇ ਗੈਂਗਸਟਰ ਵਾਰ ਦੇਖ ਲਈ, ਪੰਜਾਬ ਨੇ ਅੱਤਵਾਦੀ ਦੌਰ ਦੇਖ ਲਿਆ, ਪੰਜਾਬ ਨੇ 1947 ਦੇਖ ਲਈ,
ਪੰਜਾਬ ਨੇ ਕਿਹੜੀ ਘਟਨਾ ਆ ਜਿਹੜੀ ਨਹੀਂ ਦੇਖੀ, ਤੇ ਉਸ ਘਟਨਾ ਦੇ ਵਿੱਚੋਂ ਪੰਜਾਬ ਉੱਭਰ ਕੇ ਬਾਹਰ ਆਉਣ ਦੀ ਕੋਸ਼ਿਸ਼ ਹਮੇਸ਼ਾ ਕਰਦਾ ਰਿਹਾ। ਪਰ ਇਸ ਦੇ ਵਿੱਚ ਕਦੀ ਵੀ ਕਿਸੇ ਸਰਕਾਰ ਦਾ ਯੋਗਦਾਨ ਨਹੀਂ ਰਿਹਾ ਪੰਜਾਬ ਨੂੰ ਉੱਪਰ ਚੱਕਣ ਦੇ ਲਈ। ਠੀਕ ਹੈ ਜੀ, ਕਿਉਂਕਿ ਮੇਨ ਚੀਜ਼ ਗੱਲ ਕੀ ਆ, ਅਸੀਂ ਅੱਜ ਉਹੀ ਚੀਜ਼ ਕਰ ਰਹੇ ਹਾਂ। ਅੱਜ ਫਲੋਰ ਹਲਕੇ ਦੇ ਵਿੱਚ ਜਦੋਂ ਰੈਲੀ ਹੁੰਦੀ ਆ, ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਜਦੋਂ ਆਉਂਦੇ ਨੇ, ਤੇ ਕਿਸਾਨ ਜਥੇਬੰਦੀਆਂ ਜਿਹੜੇ ਲੋਕ ਸੀਗੇ ਉਹ ਅੱਜ ਇਕੱਠੇ ਹੋ ਕੇ ਉਹਨਾਂ ਨੂੰ ਮੰਗ ਪੱਤਰ ਦੇਣ ਦੀ ਗੱਲ ਕਰਦੇ ਨੇ। ਮੰਗ ਪੱਤਰ ਉਹ ਹੁੰਦਾ ਵੀ ਜਿਹੜਾ ਕਿਸੇ ਅਹੁਦੇ ਤੇ ਮੁਲਾਜ਼ਮ ਜਿਹੜਾ ਬੈਠਾ ਹੋਇਆ, ਅਹੁਦੇ ਤੇ ਅਹੁਦੇਦਾਰ ਬੈਠਾ ਆ, ਉਹਨੂੰ ਅਸੀਂ ਮੰਗ ਪੱਤਰ ਸੌਂਪਣਾ, ਮੰਗ ਪੱਤਰ ਦੇਣਾ। ਵੀ ਜੇ ਤੁਹਾਡੇ 'ਚ ਇੰਨਾ ਹੀ ਦਰਦ ਹੈਗਾ ਆ, ਤੁਸੀਂ ਭੁੱਲਰ ਸਾਹਿਬ ਦੀ ਰਿਹਾਈ ਦੇ ਬਾਰੇ ਗੱਲ ਕਰਦੇ ਹੋ, ਤੇ ਕੇਜਰੀਵਾਲ ਸਾਹਿਬ ਦੇ ਘਰ ਦਿੱਲੀ ਜਾ ਕੇ ਉਹਨਾਂ ਨੂੰ ਮੰਗ ਪੱਤਰ ਸੌਂਪ ਕੇ ਆਓ, ਜਿਹੜਾ ਬਣਦਾ ਆ। ਪੰਜਾਬ ਦੇ ਵਿੱਚ ਜਦੋਂ ਉਹ ਆਉਂਦੇ ਆ, ਤੁਸੀਂ ਆਪਣਾ ਲਾਹਾ ਲੈਣ ਵਾਸਤੇ, ਉੱਲੂ ਸਿੱਧਾ ਕਰਨ ਵਾਸਤੇ ਉਹਨਾਂ ਦੇ ਕੋਲ ਚੱਲ ਜਾਂਦੇ ਜੀ, ਮੇਰਾ ਮੰਗ ਪੱਤਰ ਲੈ ਲਓ ਜੀ। ਤੁਹਾਡਾ ਮੈਨੂੰ ਨਹੀਂ ਪਤਾ ਤਰੀਕਾ ਕੀ ਹੁੰਦਾ ਮੰਗ ਪੱਤਰ ਦੇਣ ਦਾ, ਪਰ ਜੇ ਉਹ ਤਰੀਕਾ ਸਹੀ ਹੁੰਦਾ ਤੇ ਅੱਜ ਤੁਸੀਂ ਭਗਵੰਤ ਮਾਨ ਦੇ ਨਾਲ ਬੈਠ ਕੇ ਗੱਲਬਾਤ ਕਰ ਲੈਂਦੇ। ਸਹੀ ਤਰੀਕੇ ਨਾਲ ਉੱਥੇ ਆਮ ਲੋਕ ਬਹੁਤ ਸੀਗੇ ਜਿਹੜੇ ਲੋਕਾਂ ਨੂੰ ਕਿਸੇ ਨੂੰ ਰੋਕਿਆ ਨਹੀਂ ਗਿਆ ਸੀ। ਪਰ ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਸ਼ਾਇਦ ਇਹੀ ਲੱਗਦਾ ਵੀ ਇਸ ਟਾਈਮ ਜਿਹੜੀ ਹਵਾ ਆਮ ਆਦਮੀ ਪਾਰਟੀ ਦੀ ਬਣੀ ਹੋਈ ਆ, ਇਹ ਹਵਾ ਜਿਹੜੀ ਹੈਗੀ ਕਿਸਾਨੀ ਅੰਦੋਲਨ ਦੀ ਕਰਕੇ ਕਿਸਾਨਾਂ ਦੀ ਬਣਨੀ ਚਾਹੀਦੀ ਸੀ। ਭਾਈ ਸਾਹਿਬ ਤੁਹਾਨੂੰ ਅਸੀਂ ਕਲੀਅਰ ਜੀ ਦੱਸੀਏ, ਆਮ ਆਦਮੀ ਪਾਰਟੀ ਦੀ ਜਿਹੜੀ ਹਵਾ ਬਣ ਰਹੀ ਆ, ਉਹਨਾਂ ਦੀ ਮਿਹਨਤ ਕੀਤੀ ਨੂੰ ਕਿੰਨੀ ਦੇਰ ਦੀ ਮਿਹਨਤ ਕਰ ਰਹੇ ਨੇ। ਤੁਸੀਂ 1 ਸਾਲ ਜੇ ਦਿੱਲੀ ਦੇ ਵਿੱਚ ਲਾਇਆ ਹੋਇਆ ਆ, ਦਿੱਲੀ ਦਾ ਉਸ ਚੀਜ਼ ਦਾ ਮੁੱਲ ਪੰਜਾਬੀਆਂ ਨੇ ਤਾਰਿਆ ਹੋਇਆ ਉਸ ਚੀਜ਼ ਨੂੰ ਲੈ ਕੇ। ਜੇ ਉਸ ਟਾਈਮ NRI ਭਰਾ ਮਦਦ ਨਾ ਕਰਦੇ, ਪੰਜਾਬ ਮਦਦ ਨਾ ਕਰਦਾ, ਲੋਕ ਮਦਦ ਨਾ ਕਰਦੇ, ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਮਦਦ ਨਾ ਕਰਦੀਆਂ, ਤਾਂ ਸ਼ਾਇਦ ਇਸ ਜਗ੍ਹਾ ਦੇ ਉੱਤੇ ਅੱਜ ਅੰਦੋਲਨ ਨਾ ਖੜਾ ਹੁੰਦਾ। ਅੰਦੋਲਨ ਬਹੁਤ ਦੇਰ ਪਹਿਲਾਂ ਟੁੱਟ ਗਿਆ ਹੁੰਦਾ। ਤੁਸੀਂ ਪੰਜਾਬ ਨੂੰ ਦਿੱਤਾ ਕੀ ਆ? ਜੇ ਮੈਂ ਗੱਲ ਕਰਨ ਦੀ ਆਵਾਂ, ਤੇ ਤੁਸੀਂ ਜਿੰਨਾ ਚਿਰ ਅੰਦੋਲਨ 'ਚ ਪੈਸਾ ਚੱਲਦਾ ਰਿਹਾ ਤੁਸੀਂ ਉਹਨਾਂ ਦੇ ਚਲਾਈ ਜਾਂਦੇ ਸੀ। ਪਰ ਜਦੋਂ ਲੋਕ ਤੁਹਾਡੇ ਕੋਲ ਪੈਸਾ ਬੰਦ ਹੋ ਗਿਆ, ਉਹਨਾਂ ਵੀ ਹੁਣ ਇਹਨੂੰ ਖਤਮ ਕਰੀਏ, ਵਾਈਂਡ ਅਪ ਕਰ ਦਈਏ, ਵੋਟਾਂ ਆਉਣ ਵਾਲੀਆਂ ਨੇ, ਹੋ ਸਕਦਾ ਹੁਣ ਆਪਣੀ ਨਵੀਂ ਚੀਜ਼ ਬਣਾਈਏ। ਤੁਹਾਨੂੰ ਜੇਕਰ ਆਮ ਆਦਮੀ ਪਾਰਟੀ ਦੀ ਜੇ ਇੰਨੀ ਹੀ ਚੀਜ਼ ਤੁਹਾਨੂੰ ਚੰਗੀ ਮਾੜੀ ਲੱਗਦੀ ਸੀ, ਕੇਜਰੀਵਾਲ ਸਾਹਿਬ ਨੂੰ ਜੇ ਉਹਨਾਂ ਨੂੰ ਪਹਿਲੇ ਆਪਣੇ ਰਾਜੇਵਾਲ ਸਾਹਿਬ ਨੂੰ ਜੇ ਐਲਾਨਿਆ ਸੀ CM ਪੰਜਾਬ ਦਾ, ਤੇ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਸਤਿਕਾਰ ਕੀਤਾ ਸੀ ਉਹਨਾਂ ਦੀ। ਪਰ ਅਸੀਂ ਉਸ ਸਤਿਕਾਰ ਨੂੰ ਭੁੱਲ ਗਏ। ਸਾਨੂੰ ਲੋੜ ਨਹੀਂ, ਸਾਨੂੰ ਕੋਈ ਮਤਲਬ ਨਹੀਂ ਵੀ ਉਹ ਸਤਿਕਾਰ ਕੌਣ ਕੀ ਦੇ ਰਿਹਾ। ਉਹਨਾਂ ਨੂੰ ਇਹ ਸੀ ਵੀ ਅਸੀਂ ਇਕੱਲੇ ਚੋਣ ਲੜਨੀ ਹੈ, ਇਕੱਲੇ ਵੋਟਾਂ 'ਚ ਖੜਾਂਗੇ। ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਜੀ, ਜੇ ਕੋਈ ਵੀ ਕਿਸਾਨ ਜਥੇਬੰਦੀ ਦੇ ਲੀਡਰ ਸੁਣਦੇ ਹੋਣਗੇ, ਜਦੋਂ ਅੰਦੋਲਨ ਦੇ ਵਿੱਚ ਤੁਸੀਂ ਬੈਠੇ ਸੀ ਉਸ ਟਾਈਮ ਤਾਂ ਤੁਹਾਨੂੰ ਜਿਹੜੀ ਮਦਦ ਕੀਤੀ ਗਈ ਸੀ, ਉਸ ਟਾਈਮ ਕਿਸੇ ਨੇ ਇਸ ਕਰਕੇ ਨਹੀਂ ਮਦਦ ਕੀਤੀ ਸੀ ਵੀ ਤੁਸੀਂ ਅਕਾਲੀ ਹੋ, ਤੁਸੀਂ ਕਾਂਗਰਸੀ ਹੋ, ਤੁਸੀਂ BJP ਦੇ ਮੈਂਬਰ ਹੋ, ਤੁਸੀਂ ਆਮ ਆਦਮੀ ਪਾਰਟੀ ਦੇ ਮੈਂਬਰ ਹੋ। ਉਸ ਟਾਈਮ ਤੁਹਾਨੂੰ ਇਸ ਕਰਕੇ ਮਦਦ ਕੀਤੀ ਸੀ ਵੀ ਤੁਸੀਂ ਪੰਜਾਬ ਦੇ ਕਿਸਾਨ ਹੋ। ਅੱਜ ਵੀ ਮਦਦ ਤੁਹਾਡੇ ਲਈ ਜੇ ਕਰਨਗੇ, ਉਹ ਕਿਸਾਨਾਂ ਕਰਕੇ ਕਰਨਗੇ, ਪੰਜਾਬ ਦੇ ਲੀਡਰਾਂ ਕਰਕੇ ਨਹੀਂ ਕਰਨਗੇ। ਜਦੋਂ ਅੰਦੋਲਨ ਦੇ ਵਿੱਚ ਤਾਂ ਤੁਸੀਂ ਆਪਣੀ ਚੀਜ਼ ਗੱਲ ਕਰ ਲਈ, ਹੁਣ ਤੁਹਾਡੇ ਕੋਲ ਪੈਸਾ ਫੰਡ ਕਿੱਥੋਂ ਆਉਣਗੇ? ਕਰੋੜਾਂ ਰੁਪਈਆ ਜਿਹੜਾ ਖਰਚੇ ਕਰਕੇ ਇੱਕ ਕੋਈ ਕੈਂਡੀਡੇਟ ਖੜਾ ਕਰਨ ਵਾਸਤੇ, ਉਹ ਕਿਵੇਂ ਜਿਤਾਉਂਗੇ ਕਿਵੇਂ? ਮੈਨੂੰ ਥੋੜਾ ਜਿਹਾ ਕਲੀਅਰ ਜ਼ਰੂਰ ਕਰਿਓ। ਹੁਣ ਤੋਂ ਤੁਸੀਂ ਕਿਹੜੇ ਫੰਡ ਦੀ ਵੇਟ ਕਰਦੇ ਹੋ, ਕਿਹੜੇ ਪੈਸਿਆਂ ਦੀ ਵੇਟ ਕਰਦੇ ਹੋ ਜਿਹੜੇ ਤੁਹਾਨੂੰ ਹੁਣ ਫੰਡ ਮਿਲਣਗੇ ਲੋਕਾਂ ਵੱਲੋਂ, ਤੇ ਉਹ ਫੰਡ ਤੁਸੀਂ ਜਿਹੜੇ ਹੈਗੇ ਆ ਇੱਕ ਵੇਸਟ ਕਰੋਗੇ ਇੱਕ ਕਿਸਾਨੀ ਅੰਦੋਲਨ ਤੋਂ ਬਾਹਰ ਨਿਕਲ ਕੇ ਪੋਲੀਟੀਕਲ ਲਾਈਨ ਦੇ ਵਿੱਚ। ਜੇਕਰ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਹੁੰਦੇ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਕੇਜਰੀਵਾਲ ਦੇ ਨਾਲ ਤੁਸੀਂ ਹੱਥ ਮਿਲਾਉਂਦੇ ਹੁੰਦੇ, ਤੇ ਪੰਜਾਬ ਦਾ ਇੱਕ ਨਵਾਂ ਰੁੱਖ ਜਿਹੜਾ ਸੀ, ਇੱਕ ਨਵੀਂ ਸਵੇਰ ਜਿਹੜੀ ਸੀ, ਇੱਕ ਨਿਕਲ ਕੇ ਆਉਂਦੀ। ਸ਼ਾਇਦ ਕੱਲ ਸਾਡੇ ਪੰਜਾਬ ਦੇ ਅੱਧੇ MLA, ਸਾਡੇ ਪੰਜਾਬ ਦੇ ਕੁਝ MLA ਜਿਹੜੇ ਸਾਡੇ ਪੰਜਾਬ ਦੇ ਕਿਸਾਨ ਹੁੰਦੇ। ਪੂਰੇ ਪੰਜਾਬ ਦੇ ਵਿੱਚੋਂ ਸਿਰਫ ਇੱਕੋ ਹੀ ਸੀਟ ਜਿਹੜੀ ਇਸ ਟਾਈਮ ਸਾਨੂੰ ਦਾਅਵੇਦਾਰ ਲੱਗ ਰਹੀ ਆ, ਉਹ ਹੈਗੀ ਲੱਖੇ ਸਿਧਾਣੇ ਦੀ ਇੱਕ ਸੀਟ ਜਿਹੜੀ ਹੈਗੀ ਆ, ਉਹ ਜਿੱਤਣ ਦੇ ਬਿਲਕੁਲ ਕਾਬਲ ਨੇ, ਬਿਲਕੁਲ ਦਰੁਸਤ ਲਾਗੇ ਨੇ। ਤੇ ਹੋਰ ਉਸ ਤੋਂ ਇਲਾਵਾ ਮੈਨੂੰ ਅੱਜ ਤੱਕ ਕੋਈ ਸੀਟ ਨਹੀਂ ਲੱਭੀ। ਮੈਨੂੰ ਤਾਂ ਰਾਜੇਵਾਲ ਸਾਹਿਬ ਦੀ ਸੀਟ ਤੇ ਵੀ ਨਹੀਂ ਮੈਨੂੰ ਲੱਗਦਾ ਵੀ ਉਹ ਜਿੱਤਣਗੇ। ਪਰ ਮੇਨ ਚੀਜ਼ ਗੱਲ ਕੀ ਆ, ਤੁਸੀਂ ਪੰਜਾਬ ਨੂੰ ਵਰਗਲਾ ਕੇ, ਪੰਜਾਬ ਨੂੰ ਗਲਤ ਦਿਸ਼ਾ ਵੱਲ ਲਿਜਾ ਕੇ ਇਸ ਕੰਮ ਨੂੰ ਨਾ ਕਰੋ। ਚੰਗੇ ਰਹੋਗੇ ਸਰ, ਕਿਉਂਕਿ ਪੰਜਾਬ ਨੇ ਤੁਹਾਨੂੰ ਇੰਨਾ ਕਿ ਤੁਹਾਡਾ ਮਾਣ ਸਨਮਾਨ ਦਿੱਤਾ ਆ, ਤੁਸੀਂ ਉਸ ਮਾਣ ਸਨਮਾਨ ਨੂੰ ਬਰਕਰਾਰ ਰੱਖੋ। ਪੰਜਾਬ ਨੂੰ ਅਗਲੇ ਪਾਸੇ ਤੋਰੋ, ਪੰਜਾਬ ਨੂੰ ਇੱਕ ਨਵੀਂ ਨੀਤੀ ਦਿਓ। ਅਸੀਂ ਤਾਂ ਹੀ ਤਾਂ ਪੰਜਾਬ ਦਾ ਅਗਲਾ ਜਿਹੜਾ ਰੁੱਖ ਹੈਗਾ ਤੈਅ ਕਰ ਸਕਦੇ ਹਾਂ। ਜੇ ਆਪਸ ਵਿੱਚ ਹੀ ਅਸੀਂ ਲੜਦੇ ਰਵਾਂਗੇ, ਫਿਰ ਸਾਡਾ ਦੱਸੋ ਅਸੀਂ ਕੀ ਕਰਾਂਗੇ? ਕਿਉਂਕਿ ਮੇਨ ਚੀਜ਼ ਗੱਲ ਕੀ ਆ, ਤੁਸੀਂ ਅੱਜ ਤੱਕ ਵੀ ਨਾ ਤਾਂ ਅਕਾਲੀਆਂ ਨੂੰ ਤੁਸੀਂ ਪ੍ਰਦਰਸ਼ਨ 'ਚ ਰੋਕਿਆ, ਨਾ ਤੁਸੀਂ ਕਾਂਗਰਸ ਨੂੰ ਰੋਕ ਰਹੇ ਹੋ। ਕਿਉਂਕਿ ਕੁਝ ਬੰਦੇ ਤਾਂ ਇੱਦਾਂ ਦੇ ਵੀ ਲੀਡਰ ਦੇਖੇ ਨੇ ਜਿਹੜੇ ਵੀ ਕਿਸਾਨੀ ਅੰਦੋਲਨ ਤੋਂ ਨਿਕਲਦੇ ਬਾਹਰ ਹੀ ਸਿੱਧੇ ਅਕਾਲੀ ਕਾਂਗਰਸ ਦੇ ਵਿੱਚ ਜਾ ਕੇ ਸ਼ਾਮਲ ਹੋ ਗਏ। ਅਸੀਂ ਕਿਸ ਪਾਸੇ ਨੂੰ ਜਾਵਾਂਗੇ? ਅਸੀਂ ਕਿਸ ਪਾਸੇ ਨੂੰ ਜਾਣਾ ਸਰ? ਵੀ ਅਸੀਂ ਕਿਸ ਪਾਸੇ ਕਿਸ ਬੰਦੇ ਦੀ ਗੱਲ ਕਰੀਏ?
ਜੇ ਅੱਜ ਮੈਂ 2-3 ਦਿਨ ਤੋਂ ਲਗਾਤਾਰ ਜੇ ਗੱਲ ਕਰ ਰਿਹਾ ਵਿਕਾਸ ਦੀ ਗੱਲਾਂ ਕਰ ਰਿਹਾ ਤਾਂ ਲੋਕਾਂ ਨੂੰ ਇਹ ਲੱਗਦਾ ਸ਼ਾਇਦ ਇਹ ਆਮ ਆਦਮੀ ਪਾਰਟੀ ਦਾ ਬੰਦਾ ਬਣ ਗਿਆ। ਸਰ ਮੈਂ ਚੰਗੀ ਸਰਕਾਰ ਦੀ ਗੱਲ ਕਰਦਾ, ਚੰਗੇ ਲੋਕਾਂ ਦੀ ਗੱਲ ਕਰਦਾ। ਜੇ ਭਗਵੰਤ ਮਾਨ ਦੇ ਵਿੱਚ ਸਾਨੂੰ ਕੋਈ ਖੋਟ ਨਜ਼ਰ ਨਹੀਂ ਆਈ ਤਾਂ ਹੀ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਹੀਂ ਤਾਂ ਸੁਖਬੀਰ ਬਾਦਲ ਦੇ ਹੱਕ 'ਚ ਵੀ ਤਾਂ ਵੀਡੀਓ ਬਣਾ ਸਕਦੇ ਸੀ, ਸੀਐਮ ਚੰਨੀ ਦੇ ਹੱਕ 'ਚ ਵੀ ਤਾਂ ਵੀਡੀਓ ਬਣਾ ਸਕਦੇ ਸੀ। ਸਾਨੂੰ ਲੱਗਿਆ ਵੀ ਇਸ ਵਾਰ ਪੰਜਾਬ ਨੂੰ ਸ਼ਾਇਦ ਕੋਈ ਨਾ ਕੋਈ ਨਵੀਂ ਦੇਣ, ਨਵਾਂ ਰੂਪ, ਨਵੀਂ ਰੂਪ ਰੇਖਾ, ਨਵਾਂ ਸੂਰਜ ਪੰਜਾਬ ਦੇ ਵਿੱਚ ਉੱਗੂਗਾ। ਪਰ ਮੈਨੂੰ ਲੱਗਦਾ ਵੀ ਇਸ ਜਥੇਬੰਦੀਆਂ ਨੇ ਸਾਨੂੰ ਇਸ ਚੀਜ਼ ਨੂੰ ਕਰ ਨਹੀਂ ਦੇਣਾ, ਕਿਉਂਕਿ ਜਥੇਬੰਦੀਆਂ ਸਿਰਫ ਇੱਕੋ ਹੀ ਗੱਲ ਚਾਹੁੰਦੀਆਂ ਨੇ ਵੀ ਭਾਈ ਜਿੰਨਾ ਚਿਰ ਸਾਡਾ ਉੱਲੂ ਸਿੱਧਾ ਨਹੀਂ ਹੁੰਦਾ ਤਦ ਤੱਕ ਅਸੀਂ ਕਿਸੇ ਨੂੰ ਸਹੀ ਨਹੀਂ ਕਹਾਂਗੇ। ਕਿਉਂਕਿ ਇਹੀ ਗੱਲਾਂ ਨੇ, ਕਿਉਂਕਿ ਜਦੋਂ ਮੈਂ ਅੱਜ ਗੱਲ ਕੀਤੀ ਉਹਨਾਂ ਨਾਲ ਆਪਣੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨਾਲ ਵੀ ਭਾਈ ਤੁਸੀਂ ਉਹਨਾਂ ਦਾ ਕਿਉਂ ਨਹੀਂ ਤੁਸੀਂ ਉਹਨਾਂ ਦਾ ਕੀਤਾ ਵਿਰੋਧ, ਕਿਉਂ ਨਹੀਂ ਕੀਤਾ ਉਹਨਾਂ ਦਾ, ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਮੈਨੂੰ ਬੜੀ ਹੈਰਾਨੀ ਹੋਈ। ਕਹਿੰਦੇ ਭਾਜੀ ਹਰਿਮੰਦਰ ਸਾਹਿਬ 'ਚ ਸਾਨੂੰ ਐਂਟਰੀ ਨਹੀਂ ਹੋਣ ਦਿੰਦੇ, ਅਸੀਂ ਕਿਵੇਂ ਜਾਵਾਂਗੇ, ਅਸੀਂ ਵਿਰੋਧ ਕਿਵੇਂ ਕਰਾਂਗੇ। ਭਾਈ ਜਿਵੇਂ ਤੁਹਾਨੂੰ ਭਗਵੰਤ ਮਾਨ ਦੇ ਟਾਈਮ ਤੁਹਾਨੂੰ ਰਸਤਾ ਮਿਲ ਜਾਂਦਾ ਸੀ, ਅੱਜ ਤੁਹਾਨੂੰ ਕਿਉਂ ਨਹੀਂ ਮਿਲਿਆ? ਜਿਸ ਟਾਈਮ ਤੁਸੀਂ ਮੋਦੀ ਦੀ ਰੈਲੀ ਰੋਕੀ ਸੀ ਉਸ ਟਾਈਮ ਵੀ ਤਾਂ ਤੁਹਾਨੂੰ ਮਿਲਿਆ ਸੀ ਨਾ ਰਸਤਾ, ਅੱਜ ਤੁਹਾਨੂੰ ਰਸਤਾ ਕਿਉਂ ਨਹੀਂ ਮਿਲਦਾ? ਮੇਨ ਚੀਜ਼ ਗੱਲ ਕੀ ਆ, ਕਿਰਦਾਰ ਬਣਾਉਣੇ ਬਹੁਤ ਔਖੇ ਨੇ। ਆਪਣਾ ਜੋ ਤੁਸੀਂ ਆਪਣਾ ਇੱਕ ਏਜੰਡਾ ਲੈ ਕੇ ਚੱਲ ਰਹੇ ਹੋ ਉਸ ਏਜੰਡੇ ਤੋਂ ਤੁਸੀਂ ਉਲਟ ਹੋ ਗਏ ਹੋ, ਭਟਕ ਗਏ ਹੋ ਤੁਸੀਂ ਉਸ ਏਜੰਡੇ ਤੋਂ। ਅਸੀਂ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਸੀ, ਅਸੀਂ ਕਿਸਾਨਾਂ ਨਾਲ ਜੁੜੇ ਸੀ, ਅਸੀਂ ਕਿਸਾਨਾਂ ਦੇ ਨਾਲ ਹੁਣ ਵੀ ਜੁੜੇ ਹਾਂ, ਕਿਸਾਨਾਂ ਦੇ ਨਾਲ ਹੁਣ ਵੀ ਖੜੇ ਹਾਂ। ਪਰ ਬਸ਼ਰਤੇ ਕਿਸਾਨ ਸਾਡੇ ਜਿਹੜੇ ਹੈਗੇ ਆ, ਕਿਸਾਨੀ ਅੰਦੋਲਨ ਦੇ ਲੀਡਰ ਜਿਹੜੇ ਆ ਉਹ ਸਹੀ ਤਰੀਕੇ ਦੇ ਨਾਲ ਚੱਲਣ। ਇੱਕ ਮੈਂ ਗੱਲ ਹੋਰ ਤੁਹਾਨੂੰ ਕਹਿ ਦਿਆਂ, ਗੱਲ ਕਰਦੇ ਹਾਂ, ਜਿਹੜੇ ਵੀ ਉਸ ਟਾਈਮ ਕਿਸਾਨੀ ਅੰਦੋਲਨ 'ਚ ਲੋਕ ਜਿਹੜੇ ਲੀਡਰ ਬੈਠੇ ਸੀ ਨਾ, ਉਹ ਸ਼ਾਮਾਂ ਨੂੰ ਜਦੋਂ ਵੀ ਰੈਲੀ ਖਤਮ ਹੁੰਦੀ ਸੀਗੀ, ਜਦੋਂ ਸ਼ਾਮ ਨੂੰ ਮੀਟਿੰਗ ਖਤਮ ਹੁੰਦੀ ਸੀ, ਉਹ ਆਪਣੇ ਹੋਟਲਾਂ 'ਚ ਪਹੁੰਚ ਜਾਂਦੇ ਸੀ। ਉੱਥੇ ਲੋਕ ਕਿਹੜੇ ਬੈਠੇ ਸੀ, ਪਿੰਡਾਂ ਦੇ ਜਿਹੜੇ ਇੱਕ ਬਹੁਤ ਭੋਲੇ ਭਾਲੇ ਬੇਸਹਾਰੇ ਲੋਕ ਜਿਹੜੇ ਸੀ ਉਹ ਉੱਥੇ ਬੈਠਦੇ ਸੀ। ਰਾਤ ਨੂੰ ਉਹ ਰਾਖੀਆਂ ਕਰਦੇ ਸੀ ਤੁਹਾਡੀ ਸਟੇਜਾਂ ਦੀਆਂ, ਤੁਹਾਡੇ ਕੰਮਾਂ ਦੀਆਂ। ਸਾਡੇ ਪੰਜਾਬ, ਸਾਡੇ ਪਿੰਡਾਂ ਦੇ ਮੁੰਡੇ ਤੁਹਾਡੇ ਲਈ ਖੜੇ ਹੁੰਦੇ ਸੀ ਵੀ ਯਾਰ ਇੱਧਰੋਂ ਇਹਨਾਂ ਦੀ ਕੱਲ ਸਪੀਚ ਕੀ ਦੇਣੀ ਆ, ਇਹਨਾਂ ਨੇ ਕਿਹੜੇ ਕਿਹੜੇ ਬੰਦਿਆਂ ਨੂੰ ਬੋਲਣ ਲਾਉਣਾ ਆ, ਤੁਸੀਂ ਕਿਉਂ ਭੁੱਲ ਗਏ ਹੋ? ਤੁਸੀਂ ਪੰਜਾਬ ਨੂੰ ਕਿਉਂ ਪੁੱਠੇ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹੋ? ਤੁਸੀਂ ਇੱਕ ਗੱਲ ਕਹਿਤੀ ਵੀ ਹਾਂ ਵੀ ਅੰਦੋਲਨ ਦੀ ਮੈਂ ਗੱਲ ਕਲੀਅਰ ਕਰਦਾ, ਅੰਦੋਲਨ ਤੁਸੀਂ ਨਹੀਂ ਜਿੱਤੇ ਜੀ, ਅੰਦੋਲਨ ਜਿਤਾਇਆ ਗਿਆ ਹੈ। ਅੰਦੋਲਨ ਕਿਸ ਤਰੀਕੇ ਨਾਲ ਜਿੱਤੇ ਹੋ? ਅੰਦੋਲਨ ਦੀਆਂ ਵੀ ਸ਼ਰਤਾਂ ਦੇ ਵਿੱਚ ਕਰਕੇ ਜਿੱਤੇ ਹੋ। ਜੇ ਉਧਰ ਨਰਿੰਦਰ ਮੋਦੀ ਖੁਦ ਹੀ ਉਸਨੇ ਅੰਦੋਲਨ ਦਾ ਜਿਹੜਾ ਇੱਕ ਨਵਾਂ ਰੁੱਖ ਆਪਣੇ ਉਹਨਾਂ ਨੇ ਜਿਹੜੇ ਕਾਨੂੰਨ ਕੀਤੇ ਸੀ ਉਹ ਵਾਪਸ ਲੈ ਲਏ, ਪਰ ਤੁਹਾਡੇ ਕਰਕੇ ਮੈਨੂੰ ਲੱਗਦਾ ਨਹੀਂ ਵੀ ਤੁਹਾਡੇ ਕਰਕੇ ਲਿਆ। ਪਰ ਅੱਜ ਜਿਹੜੀ ਚੀਜ਼ ਤੁਸੀਂ ਕੰਮ ਕਰ ਰਹੇ ਹੋ ਨਾ, ਅੱਜ ਵਿਰੋਧ ਜਿਹੜਾ ਕਰ ਰਹੇ ਹੋ ਤੁਸੀਂ, ਗਲਤ ਪਾਰਟੀਆਂ ਦਾ ਵਿਰੋਧ ਕਰ ਰਹੇ ਹੋ। ਅੱਜ ਸਾਨੂੰ ਫਖਰ ਹੋਣਾ ਚਾਹੀਦਾ ਸੀ ਜਦੋਂ ਤੁਸੀਂ ਇਹਦੀ ਗੱਲ ਅਨਾਉਂਸ ਕੀਤੀ ਸੀ ਪੰਜਾਬ ਦੇ ਵਿੱਚ, ਪਿੰਡਾਂ ਦੇ ਵਿੱਚ ਅਸੀਂ ਰਵਾਇਤੀ ਪਾਰਟੀਆਂ ਨੂੰ ਵੜਨ ਨਹੀਂ ਦੇਣਾ, ਅਸੀਂ ਉਹਨਾਂ ਲੋਕਾਂ ਨੂੰ ਐਂਟਰ ਨਹੀਂ ਹੋਣ ਦੇਣਾ ਜਿਹੜੇ ਲੋਕਾਂ ਨੇ ਸਾਡੇ ਪੰਜਾਬ ਦਾ ਘਾਣ ਕੀਤਾ ਹੈ। ਪਰ ਅੱਜ ਕੀ ਹੋ ਗਿਆ? ਅੱਜ ਉਹੀ ਰਵਾਇਤੀ ਪਾਰਟੀਆਂ ਪਿੰਡਾਂ ਪਿੰਡ ਜਾ ਰਹੀਆਂ ਨੇ, ਉਦਘਾਟਨ ਕਰ ਰਹੀਆਂ ਨੇ, ਕੰਮਾਂ ਦੇ ਕੰਮ ਕਰ ਰਹੀਆਂ ਨੇ, ਹਰੇਕ ਕੰਮਾਂ ਵਾਲੇ ਪਾਸੇ ਜਾ ਰਹੀਆਂ ਨੇ। ਪਰ ਆਮ ਆਦਮੀ ਪਾਰਟੀ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ? ਮੈਨੂੰ ਇਸ ਚੀਜ਼ ਦਾ ਜਵਾਬ ਜ਼ਰੂਰ ਦਿਓ ਜੀ। ਸ਼ਾਇਦ ਕੋਈ ਵੀ ਬਾਈ ਮੇਰੇ ਹੋਵੇ ਤਾਂ ਜ਼ਰੂਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਲੋਕਾਂ ਤੱਕ ਗੱਲ ਜ਼ਰੂਰ ਪਹੁੰਚ ਸਕੇ। ਕਿਉਂਕਿ ਮੇਨ ਚੀਜ਼ ਸਾਨੂੰ ਹਮੇਸ਼ਾ ਸਾਨੂੰ ਸਿਰਫ ਯੂਜ਼ ਕੀਤਾ ਗਿਆ, ਪੰਜਾਬ ਦੇ ਲੋਕਾਂ ਨੂੰ ਯੂਜ਼ ਕੀਤਾ ਗਿਆ। ਪੰਜਾਬ ਦੇ ਭਲੇ ਵਾਸਤੇ ਕਿਸੇ ਨੇ ਗੱਲ ਨਹੀਂ ਕੀਤੀ, ਕੰਮ ਦੀ ਗੱਲ ਕਿਸੇ ਨੇ ਨਹੀਂ ਕੀਤੀ। ਅਸੀਂ ਹਮੇਸ਼ਾ ਕੋਸ਼ਿਸ਼ ਇਸ ਚੀਜ਼ ਦੀ ਕਰਦੇ ਵੀ ਜੇ ਸਾਡੇ ਪੰਜਾਬ ਦੇ ਵਿੱਚ ਕੁਝ ਨਵੇਂ ਚੰਗੇ ਰੋਜ਼ਗਾਰ ਆਉਣਗੇ ਤਾਂ ਸਾਡੇ ਪੰਜਾਬ ਦੇ ਵਿੱਚ ਭਲਾ ਹੋਊਗਾ, ਸਾਡੇ ਬੱਚੇ ਨਵੀਂ ਜਨਰੇਸ਼ਨ ਜਿਹੜੀ ਬਾਹਰ ਵਾਲੇ ਪਾਸੇ ਜਾਂ ਕੈਨੇਡਾ ਅਮਰੀਕਾ ਦੇ ਵਿੱਚ ਧੱਕੇ ਨਾ ਖਾਊਗੀ, ਜਾ ਕੇ ਪੰਜਾਬ ਦੇ ਵਿੱਚ ਰਹਿ ਕੇ ਵੀ ਬਿਜ਼ਨਸ ਕਰ ਸਕੂਗੀ। ਪਰ ਮੈਨੂੰ ਲੱਗਦਾ ਵੀ ਸ਼ਾਇਦ ਅਸੀਂ ਉਸ ਪਾਸੇ ਨੂੰ ਜਾਣਾ ਨਹੀਂ ਚਾਹੁੰਦੇ। ਅਸੀਂ ਅੱਜ ਵੀ ਉਹੀ ਬਾਬਿਆਂ, ਫਕੀਰਾਂ, ਮੇਲਿਆਂ ਦੇ ਜਿਹੜੇ ਬਾਬੇ ਹੈਗੇ ਆ, ਪਖੰਡੀਆਂ ਦੇ ਡੇਰਿਆਂ ਤੇ ਜਾ ਕੇ ਅਸੀਂ ਆਪਣੇ ਸਿਰ ਝੁਕਾ ਸਕਦੇ ਹਾਂ, ਪਰ ਅਸੀਂ ਚੰਗੀ ਸਰਕਾਰ ਨਹੀਂ ਲੈ ਕੇ ਆ ਸਕਦੇ। ਕਿਉਂਕਿ ਸਰਕਾਰ ਚੰਗੀ ਲਿਆਉਣੀ ਸਾਡਾ ਮੇਨ ਮਤਲਬ ਇਹ ਹੋਣਾ ਚਾਹੀਦਾ ਜੇ ਸਰਕਾਰ ਚੰਗੀ ਹੁੰਦੀ ਤਾਂ ਸਾਡੇ ਪੰਜਾਬ ਦਾ ਆਉਣ ਵਾਲਾ ਭਵਿੱਖ ਜਿਹੜਾ ਹੈਗਾ ਉਹ ਬ੍ਰਾਈਟ ਹੋਏਗਾ। ਸਾਡੇ ਪੰਜਾਬ ਦੀ ਆਉਣ ਵਾਲੀ ਨਸਲ ਜਿਹੜੀ ਹੈਗੀ ਆ ਉਹ ਚੰਗੀ ਹੋਊਗੀ। ਸਾਡੇ ਪੰਜਾਬ ਦਾ ਜਿਹੜਾ ਨੌਜਵਾਨ ਹੋਊਗਾ ਇੱਕ ਸਵਸਥ ਨੌਜਵਾਨ ਪੈਦਾ ਹੋਊਗਾ, ਨਸ਼ਿਆਂ ਦੇ ਧੁੱਤ ਨਹੀਂ ਹੋਊਗਾ, ਨਸ਼ਿਆਂ ਦਾ ਡੁੱਬਿਆ ਨਹੀਂ ਹੋਊਗਾ। ਇਹ ਨਹੀਂ ਹੋਊਗਾ ਵੀ ਹਾਂ ਵੀ ਪਤਾ ਨਹੀਂ ਕਿਹੜੇ ਵੇਲੇ ਸਿਰੰਜ ਬਾਂਹ 'ਚ ਲੱਗੀ ਰਹਿ ਗਈ। ਪਰ ਮੇਨ ਚੀਜ਼ ਗੱਲ ਕੀ ਆ, ਇਸ ਚੀਜ਼ ਨੂੰ ਅਸੀਂ ਅਮਲ ਕਦੋਂ ਤੱਕ ਕਰਾਂਗੇ? ਅਸੀਂ ਅਮਲ ਸਾਨੂੰ ਕਰਨਾ ਪੈਣਾ, ਸਾਨੂੰ ਹੁਣ ਤੋਂ ਅਮਲ ਕਰਨਾ ਪੈਣਾ ਇਸ ਚੀਜ਼ ਨੂੰ ਲੈ ਕੇ। ਗਲਤ ਬੰਦਿਆਂ ਦੀ ਸਾਨੂੰ ਸਪੋਰਟ ਬੰਦ ਕਰਨੀ ਪੈਣੀ ਆ, ਚਾਹੇ ਉਹ ਕੋਈ ਵੀ ਹੋਵੇ। ਜੇ ਅਸੀਂ ਵੀ ਗਲਤੀ ਕਰਾਂਗੇ ਸਾਨੂੰ ਤੁਸੀਂ ਰੋਕ ਸਕਦੇ ਹੋ ਵੀ ਤੁਸੀਂ ਭਾਜੀ ਗਲਤ ਕੰਮ ਕਰ ਰਹੇ ਹੋ, ਤੁਸੀਂ ਗਲਤ ਬੋਲ ਰਹੇ ਹੋ। ਪਰ ਜੇ ਅਸੀਂ ਕੁਝ ਚੰਗਾ ਬੋਲ ਰਹੇ ਹਾਂ ਪਲੀਜ਼ ਉਸ ਚੀਜ਼ ਨੂੰ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਇਹ ਗੱਲਾਂ ਜਿਹੜੀਆਂ ਹੈਗੀਆਂ ਉਸ ਲੋਕਾਂ ਤੱਕ, ਲੀਡਰਾਂ ਤੱਕ ਜ਼ਰੂਰ ਪਹੁੰਚਾ ਦਿਓ।
ਵੀ ਜਿਹੜੇ ਲੀਡਰਾਂ ਨੇ ਸਾਨੂੰ ਇੱਥੇ 70 ਸਾਲਾਂ ਤੋਂ ਸਾਡੇ ਪੰਜਾਬ ਨੂੰ ਦੱਬ ਕੇ ਰੱਖਿਆ ਹੋਇਆ, ਸਾਡੀ ਜਵਾਨੀ ਨੂੰ ਗੰਧਲਾ ਕਰਕੇ ਰੱਖਿਆ ਹੋਇਆ, ਸਾਡੇ ਕਿਸਾਨਾਂ ਨੂੰ ਫਾਂਸੀਆਂ ਲਾਉਣ ਤੱਕ ਮਜਬੂਰ ਹੋਣ ਤੱਕ ਰੱਖਿਆ ਹੋਇਆ ਹੈ। ਭਾਜੀ ਭਗਵੰਤ ਮਾਨ ਦੀ ਗੱਲ ਕਰਦੇ ਹੋ, ਭਗਵੰਤ ਮਾਨ ਉਹ ਬੰਦਾ ਜਿਸ ਬੰਦੇ ਨੇ MP ਦੇ ਫੰਡ ਦੱਸੇ ਵੀ MP ਦੇ ਕੋਲ ਪਾਵਰਾਂ ਕੀ ਨੇ। ਭਗਵੰਤ ਮਾਨ ਨੇ ਸਾਨੂੰ ਬੋਲਣਾ ਸਿਖਾਇਆ, ਭਗਵੰਤ ਮਾਨ ਨੇ ਸਾਨੂੰ ਸਵਾਲ ਪੁੱਛਣੇ ਸਿਖਾਏ ਵੀ ਸਾਡੇ ਆਪਣੇ ਸਵਾਲ ਕੀ ਪੁੱਛਣੇ ਨੇ ਸੀ ਉਹ ਲੀਡਰਾਂ ਨੂੰ। ਅੱਜ ਭਗਵੰਤ ਮਾਨ ਜੇ ਕੋਈ ਪੰਜਾਬ ਦੀ ਭਲੇ ਦੀ ਗੱਲ ਕਰ ਰਿਹਾ, ਦੂਜੇ ਪਾਸੇ ਚੰਨੀ ਸਾਹਿਬ ਦੇਖ ਲਓ, ਦੂਸਰੇ ਪਾਸੇ ਸੁਖਬੀਰ ਬਾਦਲ ਸਾਹਿਬ ਦੇਖ ਲਓ, ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੇਖ ਲਓ ਕੀ ਕਰ ਰਹੇ ਨੇ। ਮਜੀਠੀਆ ਦੇ ਖਿਲਾਫ ਲੜਨਾ, ਉਹ ਮਜੀਠੀਆ ਦੇ ਮਿੱਤੂ ਤੇਰੇ 'ਚ ਹਿੰਮਤ ਆ ਮੇਰੇ ਖਿਲਾਫ ਲੜ ਲਈ, ਮੇਰੇ ਖਿਲਾਫ ਹਿੰਮਤ ਆ ਤੇਰੇ ਖਿਲਾਫ ਲੜ ਲੂ। ਵਿਚਾਰਾ ਜਿਹੜੇ ਹੈਗੇ ਆਪ ਆਪਣੇ ਚਾਲਾਂ ਦੇ ਪਿੱਛੇ ਭੱਜੇ ਫਿਰਦੇ ਨੇ। ਪਰ ਪੰਜਾਬ ਦੀ ਗੱਲ ਕੌਣ ਕਰ ਰਿਹਾ? ਸਾਨੂੰ ਪੰਜਾਬ ਦੀ ਗੱਲ ਨੂੰ ਦੇਖਣਾ ਚਾਹੀਦਾ ਭਾਈ ਮੇਰੇ। ਉਹ ਪੰਜਾਬ ਦੀ ਗੱਲ ਕੌਣ ਕਰ ਰਿਹਾ? ਇਹ ਆਪਸੀ ਲੜਾਈਆਂ ਲੜ ਰਹੇ ਨੇ ਸਾਡੇ ਪੈਸੇ ਤੇ, ਸਾਡੇ ਇਨਕਮ ਟੈਕਸ ਤੇ। ਜੋ ਟੈਕਸ ਅਸੀਂ ਪੇ ਕਰ ਰਹੇ ਹਾਂ ਉਸ ਟੈਕਸ ਦੇ ਉੱਤੇ ਇਹ ਐਸ਼ਾਂ ਕਰ ਰਹੇ ਨੇ। ਇੱਕ MP ਨੂੰ, ਇੱਕ MLA ਨੂੰ ਘੱਟੋ ਘੱਟ ਮੇਰੇ 50 ਸਾਲਾਂ 'ਚ 2 ਤੋਂ 2.5 ਕਰੋੜ ਰੁਪਇਆ ਮੇਰੇ ਹਿਸਾਬ ਨਾਲ ਇਹਨੂੰ ਫੰਡ ਮਿਲ ਜਾਂਦੇ ਨੇ। ਕਮਾਉਣ ਇਹਨਾਂ ਦੀ ਆਪਣੀ ਕਮਾਈ, ਤਾਂ ਹੀ MLA ਵਾਲੇ ਪਾਸੇ ਨੂੰ ਭੱਜੇ ਫਿਰਦੇ ਨੇ। ਬਾਈ ਜੀ ਪੰਜਾਬ ਨੂੰ ਬਚਾਉਣ ਵਾਸਤੇ, ਸਾਨੂੰ ਪੰਜਾਬੀਆਂ ਨੂੰ ਬਚਾਉਣ ਵਾਸਤੇ ਸਾਨੂੰ ਕਦਮ ਚੱਕਣਾ ਪੈਣਾ, ਨਵਾਂ ਚੇਂਜ ਲੈ ਕੇ ਆਉਣਾ ਪੈਣਾ ਆ। ਅਸੀਂ ਅੱਗੇ 70 ਸਾਲ ਲੁੱਟ ਕੇ ਦੇਖ ਹੀ ਲਿਆ ਨਾ, ਸਾਨੂੰ ਲੁੱਟ ਹੋ ਹੀ ਚੁੱਕੀ ਸਾਡੀ 70 ਸਾਲਾਂ ਦੀ। ਅਸੀਂ ਕੀ ਕਮਾਇਆ, ਅਸੀਂ ਕੀ ਖਾਧਾ? ਕੁਛ ਨਹੀਂ ਨਾ। ਇੱਕ 5 ਸਾਲ ਦਾ ਮੌਕਾ ਹੀ ਮੰਗ ਦਿੱਤਾ ਵੀ ਚੱਲ ਯਾਰ 5 ਸਾਲ ਦਾ ਮੌਕਾ ਕੇਜਰੀਵਾਲ ਨੂੰ ਵੀ ਦੇ ਦਈਏ, ਭਗਵੰਤ ਮਾਨ ਨੂੰ ਵੀ 5 ਸਾਲ ਦਾ ਮੌਕਾ ਦੇ ਦਈਏ ਵੀ ਸ਼ਾਇਦ ਹੋ ਸਕਦਾ ਵੀ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਐਡਾ ਘਾਣ ਹੋਇਆ ਉਹਦੇ ਵਿੱਚੋਂ 10% ਦਾ ਕੰਮ ਕਰ ਦੂ। ਉਹ 10% ਦਾ ਲੋਕ ਉਹਨਾਂ ਨੂੰ ਅਕਲ ਆ ਜੂਗੀ ਬਾਈ ਕਰਨਾ ਕੀ ਆ। ਸਾਡੇ ਕੱਲ ਨੂਰਮਹਿਲ ਦੀ ਗੱਲ ਹੀ ਮੈਂ ਤੁਹਾਨੂੰ ਘਟਨਾ ਦੱਸ ਦਿੰਦਾ ਜੀ। ਨੂਰਮਹਿਲ ਦੇ ਵਿੱਚ ਸਾਡੇ ਕਾਂਗਰਸੀ ਲੋਕ ਉਹੀ ਆਪਸ ਵਿੱਚ ਉਲਝ ਗਿਆ ਭਾਈ ਵੀ ਜਿਹੜੇ ਲੀਡਰ ਨੂੰ ਤੁਸੀਂ ਸੀਟ ਟਿਕਟ ਦਿੱਤੀ ਆ ਉਹਨੂੰ ਦੇਣੀ ਨਹੀਂ ਚਾਹੀਦੀ ਸੀ, ਸਾਨੂੰ ਟਿਕਟ ਦਿਓ। ਇਹ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਨੇ ਟਿਕਟਾਂ ਦੇ ਮਗਰ ਲੱਗ ਕੇ। ਸਾਡੇ ਪੰਜਾਬ ਦਾ ਦੱਸੋ ਕੀ ਸਵਾਰਨਗੇ? ਜਿਸ ਬੰਦੇ ਨੇ ਪੰਜਾਬ ਦਾ ਸਵਾਰਨਾ ਆ ਉਸ ਬੰਦੇ ਨੇ ਇਹ ਨਹੀਂ ਪੁੱਛਣਾ ਵੀ ਮੈਨੂੰ ਟਿਕਟ ਦੀ ਲੋੜ ਆ ਜਾਂ ਟਿਕਟ ਦੀ ਲੋੜ ਨਹੀਂ। ਜੇ ਅੱਜ ਭਗਵੰਤ ਮਾਨ ਵਾਅਦੇ ਕਰ ਰਿਹਾ ਪਿੰਡਾਂ ਦੇ ਵਿੱਚ ਸਕੂਲ ਬਣਾਉਣ ਦੇ, ਪਿੰਡਾਂ ਵਿੱਚ ਹਸਪੀਟਲ ਬਣਾਉਣ ਦੇ, ਪਿੰਡਾਂ ਨੂੰ ਇੱਕ ਵਧੀਆ ਰੂਪ ਰੇਖਾ ਦੇਣ ਦੀ, ਤਾਂ ਮੇਰੇ ਹਿਸਾਬ ਨਾਲ ਸ਼ਾਇਦ ਕਿਤੇ ਨਾ ਕਿਤੇ ਉਹਦੇ ਵਿੱਚੋਂ 10% ਵੀ 20% ਵੀ ਜੇ ਉਹਨਾਂ ਨੇ ਕੰਮ ਕਰ ਦਿੱਤਾ ਤਾਂ ਮੈਨੂੰ ਲੱਗਦਾ ਵੀ ਆਪਣਾ ਜਿਹੜਾ ਪੰਜਾਬ ਹੈਗਾ ਸਵਰ ਜੂ। ਪਰ ਅਸੀਂ ਹਮੇਸ਼ਾ ਦੂਜੇ ਦੋ ਧਿਰਾਂ ਨੂੰ ਹੀ ਕਾਮਯਾਬ ਕਰਨਾ ਚਾਹੁੰਦੇ ਹਾਂ। ਸੁਖਬੀਰ ਬਾਦਲ ਸਾਹਿਬ ਆ ਗਏ, ਉਧਰੋਂ ਸਾਡੇ ਹੁਣ ਨਵੇਂ ਜਿਹੜੇ ਹੈਗੇ ਐਲਾਨ ਮੰਤਰੀ ਸਾਹਿਬ ਚੰਨੀ ਸਾਹਿਬ ਆਓ ਗਏ। ਬਸ ਸਾਨੂੰ ਇਹੀ ਚੀਜ਼ਾਂ ਚਾਹੀਦੀਆਂ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਪਿੰਡ ਪਿੰਡ ਜਾ ਕੇ ਦੇਖ ਲਓ ਜੇ ਵਿਕਾਸ ਕਾਰਜ ਹੋਏ ਤਾਂ, ਚਾਹੇ ਉਹ ਕਾਂਗਰਸੀ ਲੀਡਰ ਆ ਚਾਹੇ ਉਹ ਅਕਾਲੀ ਲੀਡਰ ਆ। ਤੁਸੀਂ ਜਾ ਕੇ ਦੇਖ ਲਓ, ਸੰਗਰੂਰ ਜਾ ਕੇ ਦੇਖ ਲਓ, ਸੰਗਰੂਰ ਦਾ ਹਲਕਾ ਕਿਆ ਕਮਾਲ ਕੀਤੀ ਪਈ ਆ ਭਗਵੰਤ ਮਾਨ ਸਾਹਿਬ ਉਹਨਾਂ ਨੇ। ਤੁਸੀਂ ਦਿੱਲੀ ਦੇ ਵਿੱਚ ਜਾ ਕੇ ਦੇਖ ਲਓ ਭਾਈ, ਦਿੱਲੀ ਦੇ ਵਿੱਚ ਜਿਹੜੇ ਸਕੂਲ ਬਣਾਤੇ ਆ ਉਹ ਤੁਸੀਂ ਦੇਖੋ। ਇੱਥੇ ਪੰਜਾਬ ਦੇ ਬਰਾਬਰ ਦੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦੇ ਸਕੂਲ ਹੈ ਨਹੀਂ। ਉਹ ਇੰਨੇ ਸਟੈਂਡਰਡ ਸਕੂਲਾਂ ਦਾ ਹਾਈ ਕਰ ਦਿੱਤਾ। ਸਾਡੇ ਪੰਜਾਬ ਤਾਂ ਉਹਨਾਂ ਨੇ ਪ੍ਰਾਈਵੇਟ ਸਕੂਲ ਕੁੱਤੇ ਵੀ ਨਹੀਂ ਹੋਣਾ ਮੇਰੇ ਹਿਸਾਬ ਨਾਲ। ਸਰਕਾਰੀ ਸਕੂਲਾਂ ਦਾ ਲੈਵਲ ਇੰਨਾ ਚੱਕ ਦਿੱਤਾ। ਤੇ ਅੱਜ ਜੇ ਅਸੀਂ ਕੋਈ ਨਵਾਂ ਕੈਂਡੀਡੇਟ ਆਉਂਦਾ ਅਸੀਂ ਇਹ ਕਹਿੰਦੇ ਆ ਵੀ ਭਾਈ ਅਸੀਂ ਤਾਂ ਸਿਰਫ ਸ਼ਕਲ ਨੂੰ ਵੋਟ ਨਹੀਂ ਪਾਉਣੀ, ਅਸੀਂ ਉਹਨਾਂ ਦੇ ਕੰਮ ਨੂੰ ਵੋਟ ਪਾਉਣੀ। ਬੋਲਦੇ ਨਹੀਂ ਹੈਗੇ। ਉਹ ਬੜੇ ਭਲੇ ਮਾਨਸ ਨੇ, ਸਾਨੂੰ ਪਰਚਿਆਂ ਤੋਂ ਬਚਾਤਾ ਉਹਨਾਂ ਨੇ, ਸਾਨੂੰ ਆਹ ਕੰਮਾਂ ਤੋਂ ਬਚਾਤਾ, ਤਾਂ ਅਸੀਂ ਵੋਟ ਪਾ ਰਹੇ ਹਾਂ ਜੀ। ਕੰਮਕਾਰ ਤਾਂ ਕੋਈ ਨਹੀਂ ਕੀਤੇ। ਪੰਜਾਬ ਦੇ MLA ਨੂੰ, ਪੰਜਾਬ ਦੇ MP ਨੂੰ, ਪੰਜਾਬ ਦੇ CM ਨੂੰ ਤਾਂ ਜਿਤਾਓ ਜੇ ਤੁਹਾਡੇ ਪੰਜਾਬ ਦੇ ਭਲੇ ਲਈ ਕੰਮ ਕੀਤਾ ਉਹਨੇ, ਤੁਹਾਡੇ ਪਿੰਡ ਲਈ ਕੰਮ ਕੀਤਾ ਹੋਵੇ ਉਹਨੇ। ਪਰਚਿਆਂ ਤੋਂ ਤਾਂ ਹਰੇਕ ਹੀ ਬਚਾ ਦਿੰਦਾ, ਪਰਚਿਆਂ ਤੋਂ ਤਾਂ ਹਾਈਕੋਰਟ ਬਚਾ ਦਿੰਦੀ ਹੈ। ਤੁਹਾਡੇ ਕੋਈ ਪਰਚਾ ਦਰਜ ਹੋ ਗਿਆ, ਹਾਈਕੋਰਟ 'ਚ ਜਾ ਕੇ ਜ਼ਮਾਨਤ ਲੈ ਲਓ, ਫਿਰ ਲੋਅਰ ਕੋਰਟ ਤੋਂ ਜ਼ਮਾਨਤ ਲੈ ਲਓ, ਸੁਪਰੀਮ ਕੋਰਟ ਤੋਂ ਜ਼ਮਾਨਤ ਲੈ ਲਓ। ਫਿਰ ਸਾਨੂੰ ਲੋੜ ਕੀ ਆ ਇਹਨਾਂ ਲੋਕਾਂ ਨੂੰ ਠੱਗਾਂ ਨੂੰ ਬਣਾਉਣ ਦੀ? ਕੀ ਲੋੜ ਆ ਸਾਨੂੰ ਇਹਨਾਂ MLA ਦੀ ਫਿਰ ਬਈ, ਜੇ ਸਾਰੇ ਕੰਮ ਹੀ ਆਪਾਂ ਕਰਨੇ ਨੇ ਤਾਂ। ਇਸ ਕਰਕੇ ਭਰਾ ਜੀ ਮੈਂ ਬੇਨਤੀ ਕਰਦਾ ਹਾਂ, ਹੱਥ ਜੋੜ ਬੇਨਤੀ ਕਰਦਾ ਭਾਈ ਇਸ ਵਾਰ ਚੇਂਜ ਜ਼ਰੂਰ ਲੈ ਕੇ ਆਓ। ਇਸ ਵਾਰ ਪਤਾ ਲੱਗ ਜਾਏ ਇਹਨਾਂ ਲੋਕਾਂ ਨੂੰ ਵੀ ਭਾਈ ਚੇਂਜ ਦਾ ਮਤਲਬ ਕੀ ਹੁੰਦਾ ਆ। ਕਿਉਂਕਿ ਚੇਂਜ ਜੇ ਆਊਗਾ ਪੰਜਾਬ ਦੇ ਵਿੱਚ ਤਾਂ ਹੀ ਪੰਜਾਬ ਇੱਕ ਨਵੇਂ ਰਸਤੇ ਵਾਲੇ ਪਾਸੇ ਜਾਊਗਾ। ਇੱਕ BJP ਦੇ ਲੀਡਰ ਨਾਲ ਮੇਰੀ ਮੁੰਡਾ ਇੱਕ ਨੁਮਾਇੰਦਾ ਆ BJP ਦੇ, ਉਹਨਾਂ ਨਾਲ ਮੇਰੀ ਗੱਲ ਹੁੰਦੀ ਆ। ਮੈਂ ਉਹਨੂੰ ਕਿਹਾ ਭਾਈ ਵੀ ਜਿਹੜਾ ਤੁਸੀਂ ਕੰਮ ਚੰਡੀਗੜ੍ਹ ਦੇ ਵਿੱਚ ਕੀਤਾ ਆ ਕਾਂਗਰਸ ਦੇ ਨਾਲ ਰਲ ਮਿਲ ਕੇ, ਜਿਹੜੀ ਤੁਸੀਂ MC ਦੀ ਇਲੈਕਸ਼ਨ ਜਿੱਤੀ ਆ, ਉਹਦੇ ਬਾਰੇ ਕੀ ਕਹੋਗੇ? ਕਹਿੰਦੇ ਭਾਈ ਆਮ ਆਦਮੀ ਪਾਰਟੀ ਨੂੰ ਅਸੀਂ ਅੱਗੇ ਨਹੀਂ ਆਉਣ ਦੇਣਾ, ਚਾਹੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਲੜਨ। ਤੁਸੀਂ ਇਹ ਦੇਖ ਲਓ, ਚਾਹੇ ਪੰਜ ਜਿੰਨੀਆਂ ਵੀ ਸਾਡੇ ਪੰਜਾਬ ਦੀਆਂ ਪਾਰਟੀਆਂ ਜੇ ਸਾਰੀਆਂ ਇਕੱਠੀਆਂ ਹੋ ਕੇ ਵੀ ਲੜਨਗੀਆਂ ਨਾ, ਉਹਨਾਂ ਨੇ ਸਿਰਫ ਹਰਾਉਣ ਦੀ ਕੋਸ਼ਿਸ਼ ਸਿਰਫ ਆਮ ਆਦਮੀ ਨੂੰ ਕਰ ਰਹੀ ਆ, ਪਾਰਟੀ ਨੂੰ ਕਰ ਰਹੀ, ਆਮ ਆਦਮੀ ਪਾਰਟੀ ਨੂੰ।
क्योंकि इस टाइम सब तो ईमानदार जिहड़ा बंदा है भगवंत मान आ। भगवंत मान जिस बंदे ने अपने परिवार नूं भी छड्ड दिता, उस बंदे ते असीं शक करने आ भी ये बंदा साडे पंजाब दा भला की करू। ये बंदिਆਂ ने एक गल कही सानू अज अपने बडाला साहब ने एक गल कही सीगी भी ये दिल्ली लुट लैके जाणगे, पंजाब दा पैसा दिल्ली लुट लैके जाणगे। भाई जी मैनू एक छोटी मैनू गल दस्सिओ, मायावती जी कित्थे रहिंदे ने, बीजेपी वाले कित्थे रहिंदे ने, राहुल गांधी जी कित्थे रहिंदे ने? ठीक है जी, सारे दिल्ली ही रहिंदे ने। जे दिल्लीओं लग के पार्टियां थले नूं आ रही तो कोई माड़ी गल तां है नहीं। पंजाब पार्टी की गल करते हो, जो पंजाब पार्टी आ एक निरपक्ष होके चलो। फिर जो तुहानूं लगदा पंजाब दा इन्ना दर्द आ, अकाली दल ने बीएसपी का सपोर्ट क्यों की? फिर जे बीजेपी नूं इन्ना लगदा सी भी मैं बीजेपी का प्रमुख कैंडीडेट असीं पंजाब 'च सरकार बना सकते हैं, फिर उन्होंने कैप्टन अमरिंदर सिंह नाल आउण की लोड़ पै गई। क्योंकि मेन चीज़ यही गल आ, ये लोगों ने सानू सिर्फ भंबल भूसे च पा के हाँ यार सही गल लगते पैसा लुट के ले जाए। बई हुण तक इन्हों ने साडे नाल की कीता? तुसीं हरेक MLA दी ना, तुसीं मैं तुहानूं गल दसदा, एक MLA दियां RTI पा के ना रिपोर्टां कढा लो किन्नी प्रॉपर्टी इन्हां कोल, किन्ना फंड इन्हां नूं मिलदा हरेक साल, किन्ने इन्हां नूं कॉलां दे पैसे मिलदे, किन्ने इन्हां नूं तेल दे भत्ते मिलदे, किन्नी चीज़ां नूं मिलदियां ने। एक डिटेल कढा लो, तुहाडीआं अखां दे खुले रहणगे यार इन्ना पैसा साडा वेस्ट हो रहा है। असीं इनकम टैक्स दिंदे आ पंजाब सरकार नूं, इंडिया सरकार नूं, जिहड़े विच इंडिया दे विच साडे काम होणगे। असीं इनकम टैक्स दे के असीं इनकम टैक्स पे करके सानूं उहदा फायदा नहीं मिलता कोई भी। हैल्थ साडे कोल नहीं, एजुकेशन साडे कोल नहीं। असीं चाहुंदे की आ फ्री दे विच रोटी तां भाई तुहानूं गुरुद्वारे 'च भी मिल जांदी आ, फ्री दी रोटी सानूं गुरुद्वारे लंगरां दे विच मिल जानी आ, पर सानूं काम कित्थों करके दोगे? साडे वास्ते जिहड़ा काम सानूं जरूरी आ वो कित्थों करूँगे? रेता दियां एडी नजायज़ माइनिंगां चलदियां, किसी ने नहीं कहना भी भाई की आ की नहीं। ओवरलोडिड ट्रक चलते हैं, किसी ने नहीं कहना, कोई कहना सानूं की। किसी दी धी निकल जाती पिंड तो बाहर, वो कहते हैं यार सानूं की, साडी थोड़ी निकली है। जिद्दन साडी घर दी ते गल आउंदी है ना, उदण पता लगदा कि वाकई यार ये चीज़ की हुई है। ड्रग नाल मुंडा गवांढियां दा मरदा आ, सानूं उदण पता लगदा जिद्दन वो ड्रग साडे घर च आउंदी आ। जे उस ड्रग तो बचना आ, जे उस काले तरीकों तो बचना है, जो काले पानियों तो बचना, जिस जगह के उत्ते साडे पंजाब नूं गर्क किया गया आ, जो उन्होंने चीज़ों तो बचना है, साडे पंजाब नूं एक पासे जे लैके जानी है तो उस चीज़ों नूं करके जाओ। पंजाब 'च एक चेंज आना बहुत जरूरी है। जे पंजाब दे विच चेंज नहीं आऊगा तो मेरे हिसाब नाल असीं अकाली कांग्रेस दे विच लड़ के मर जांगे, तो ये लोगों ने साडे कोलों फायदे लै जाने ने। सीधी क्लीयर जी गल आ भाई, साडे पंजाब दा सब तो वड्डा जिहड़ा काम यही चीज़ का लैके आ भी सानूं लोकां नूं बेवकूफ़ बनाउणा बहुत सौखा है, तो असीं बेवकूफ़ बन भी जांदे आ, ते बेवकूफ़ बनन तो बाद दे विच ही असीं अपने काम करदे। इस करके भाई प्लीज़ बेनती है जी, अपने कामां नूं उपर लैके उठो। ये लोगों तो बच के निकलो साइड ते, भाई इन्हां दी लोड़ नहीं सानूं हुण। ठीक है जी, हुण थोड़े जिहे कमेंट पढ़ लैंदे आ जी आपां। साडे भाई हुणां ने नवजोत बाजवा, थैंक यू भाई जी। मोनिका मोना, हरप्रीत, प्रीत हुंदल, सहजपाल कुंभ, भाड़े दे डट्टू ने जो विरोध कर रहे हैं आप दा। हाँ जी बिल्कुल भाजी, बिल्कुल जी, यही चीज़ लगती है कितना कितने सानू भी। भाजी कोई जो मर्जी कर ले, पर इस बार तो वाजा वजना ही है। वाह जी वाह, क्या बात है जी भाजी। बिल्कुल जी, राइट है जी। थैंक यू सो मच भाजी, जिन्होंने साडे विचारां तो सहमत हो, तुसीं सानू तुसीं एवें ही साडे नाल प्यार बनाई रखियो। क्योंकि मेन चीज़ गल ये है भी असीं हमेशा ही सच की आवाज़ लिए खड़े रहांगे, गलबात करते रहांगे। वीर जी लोग सियाणे ने इस बार रवायती पार्टियां दी चालां विच नहीं आउणगे। बिल्कुल भाजी, जे ये गल बन गई ना किते स्वाद आ जाऊगा जी। पंजाब दे विच एक नवां सूरज उठूगा भाजी, शायद पंजाब दे विच कुछ चीज़ हैगी है। भाई ने लिखा जी, मनजिंदर अरोड़ा लिखा, मन्निया मान शराबी सी, कुर्सी दा भंड सी, पर MP की हुंदा है, उहदे काम उहदे फंड किन्ने हुंदे आ, किन्ने दस्सिया। बिल्कुल भाई जी बिल्कुल, बहुत सोहना ये चीज़ तुसीं मैनूं भेजी है जी। तो वाकई वो लोगों को पता लगूगा भी असल दे विच ये चीज़ां हुंदियां कि किहने सानूं सिखाया, किहने सानूं लड़ना सिखाया जी। ये सारे लोग विरोध कर रहे ने, ये अकाली ते कांग्रेसी ने जो मान नूं हराउणा चाहुंदे ने, क्योंकि मान तो
ਡਰ ਰਹੇ ਨੇ ਬਿਲਕੁਲ ਭਾਜੀ, ਬਿਲਕੁਲ ਮਾਨ ਤੋਂ ਡਰ ਹੀ ਰਹੇ ਨੇ ਜੀ, ਇਹਨਾਂ ਦਾ ਗੱਲ ਪੱਕੀ ਹੈ ਭਾਈ ਜੀ। ਮਨਜਿੰਦਰ ਅਰੋੜਾ ਜੀ ਕਹਿ ਰਹੇ ਨੇ ਵੀ ਦਿੱਲੀ ਦੇ ਸਿਰਫ ਇੱਕ ਵਾਰ ਮੌਕਾ ਦਿੱਤਾ ਝਾੜੂ ਨੂੰ ਤੇ ਕਾਂਗਰਸੀਆਂ ਦੀ ਜ਼ੀਰੋ ਨਹੀਂ ਟੁੱਟ ਰਹੀ 10 ਸਾਲਾਂ ਤੋਂ। ਬਿਲਕੁਲ ਜੀ, ਪੰਜਾਬ ਦੇ ਵਿੱਚ ਵੀ ਜੇ ਇੱਕ ਮੌਕਾ ਮਿਲ ਗਿਆ ਨਾ ਤੇ ਮੇਰੇ ਹਿਸਾਬ ਨਾਲ ਬਾਈ ਜੀ ਜ਼ੀਰੋ ਇੱਥੋਂ ਨਹੀਂ ਟੁੱਟਣੀ ਕਿਸੇ ਦੀ, ਗਰੰਟੀ ਹੈ ਇਸ ਚੀਜ਼ ਦੀ। ਆ ਲਓ ਜੀ 1947 ਮਨਜਿੰਦਰ ਬਾਈ ਨੇ ਬਹੁਤ ਸੋਹਣੇ ਡਾਟੇ ਭੇਜੇ ਨੇ ਸਾਨੂੰ, ਉਹਦੇ ਵਿੱਚ ਬੜਾ ਕੁਝ ਲਿਖਿਆ ਬਾਈ। ਸਾਰੇ ਕਮੈਂਟ ਨਹੀਂ ਪੜ੍ਹ ਸਕਦੇ ਕਿਉਂਕਿ ਕਮੈਂਟ ਬਹੁਤ ਆ ਰਹੇ ਨੇ, ਇਸ ਕਰਕੇ ਮੈਂ ਛਾੜ ਕੇ ਕਮੈਂਟ ਪੜ੍ਹ ਰਿਹਾ ਤੁਹਾਡੇ। ਮੈਂ ਦੂਸਰੇ ਫੋਨ ਤੋਂ ਲਾ ਲਵਾਂ ਭਾਈ, ਇੱਧਰ ਫੋਨ 'ਤੇ ਤਾਂ ਮੈਨੂੰ ਕਮੈਂਟ ਹੀ ਬਹੁਤ ਰਿਪੀਟ ਹੋਈ ਜਾਂਦੇ ਨੇ ਬੈਕ ਟੂ ਬੈਕ। ਤੁਸੀਂ 1 ਸੈਕਿੰਡ ਲਈ ਭਾਈ ਤੁਸੀਂ ਹੋਲਡ ਕਰ ਲਓ ਭਾਈ ਜੀ, ਬੇਨਤੀ ਹੈ ਜੀ। ਤੇ ਮੈਂ ਆਪਣਾ ਦੂਸਰੇ ਫੋਨ 'ਤੇ ਆਪਣਾ ਲਾਈਵ ਖੋਲ੍ਹ ਲਈਏ ਤੇ ਲਾਈਵ ਖੋਲ੍ਹ ਕੇ ਤੁਹਾਡੇ ਮੈਂ ਜਿਹੜੇ ਰਿਪਲਾਈ ਹੈਗੇ ਆ ਉਹ ਜ਼ਰੂਰ ਦੇਵਾਂ ਜੀ। ਯੂ ਆਰ ਰਾਈਟ, ਐਬਸੋਲੂਟਲੀ ਰਾਈਟ। ਭਗਵੰਤ ਮਾਨ ਸਿਰਾ ਦਿੱਲੀ ਹੋ ਗਈ ਆਪ ਦੀ, ਹੁਣ ਵਾਰੀ ਪੰਜਾਬ ਦੀ। ਕਿਆ ਬਾਤ ਹੈ, ਸੁਖਵਿੰਦਰ ਆਨੰਦ ਬਾਈ ਨੇ ਬਹੁਤ ਸੋਹਣਾ ਲਿਖਿਆ ਜੀ। ਬਿਲਕੁਲ ਸੱਚੀਆਂ ਗੱਲਾਂ ਹਨ ਵੀਰ ਜੀ ਤੁਹਾਡੀਆਂ, ਪਰ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਭਾਜੀ। ਸਾਡਾ ਤਾਂ ਕੰਮ ਆ ਇਹ ਲੋਕਾਂ ਨੂੰ ਕੁਛ ਨਾ ਕੁਛ ਚੰਗਾ ਸਮਝਾ ਸਕੀਏ, ਤਾਂ ਹੀ ਅਸੀਂ ਲੋਕਾਂ ਦੇ ਬਾਰੇ ਚੰਗੀ ਗੱਲ ਕਰ ਸਕਾਂਗੇ। ਪਰ ਮੇਨ ਚੀਜ਼ ਆ ਹੁਣ ਇਸ ਵਾਰ ਵਾਰੀ ਆਪਣੀ ਆ। ਇਹਨਾਂ ਸਰਕਾਰਾਂ ਨੇ ਸਾਨੂੰ ਬੇਵਕੂਫ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਬਈ। ਇਸ ਵਾਰ ਹੁਣ ਤੁਸੀਂ ਨਹੀਂ ਕਸਰ ਛੱਡਣੀ ਇਹਨਾਂ ਤੋਂ ਬਚਣ ਦੀ। ਇਹ ਲੋਕਾਂ ਨੂੰ ਦੱਸ ਦਿਓ ਇੱਕ ਵਾਰ ਵੀ ਜੇ ਪੰਜਾਬ ਚਾਹੂਗਾ ਤੇ ਜਿਹਨੂੰ ਮਰਜ਼ੀ ਖਾਣ ਦੇ ਦੇਵੇ, ਪਰ ਜੇ ਪੰਜਾਬ ਆਪਣੀ ਆਈ ਤੇ ਆ ਗਿਆ ਨਾ ਬਈ ਫਿਰ ਕਿਸੇ ਦੀ ਹਿੰਮਤ ਨਹੀਂ ਹੈਗੀ ਪੰਜਾਬ ਦੇ ਵਿੱਚੋਂ ਇੱਕ ਡਲਾ ਵੀ ਰੇਤੇ ਦਾ ਬਾਹਰ ਲੈ ਕੇ ਦਿਖਾ ਦੇਵੇ ਕੋਈ। ਕਿਉਂਕਿ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਨੇ, ਪੰਜਾਬ ਦਾ ਆਵਾਮ ਜਾਗ ਚੁੱਕਿਆ ਆ। ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਸਾਰੇ ਕੰਮਾਂ ਕਾਰਾਂ ਦੇ ਵਿੱਚੋਂ ਲੋਕਾਂ ਨਿਕਲ ਚੁੱਕੇ ਨੇ। ਹੁਣ ਪੰਜਾਬ ਦੱਸੂਗਾ ਇਸ ਵਾਰ ਵੀ ਕਿਹਦੀ ਆਊਗੀ ਸਰਕਾਰ। ਹਮੇਸ਼ਾ ਇਹ ਚਾਹੁੰਦੇ ਆ ਸਾਡੀ ਸਰਕਾਰ ਆ ਰਹੀ ਆ, ਸਾਡੀ ਸਰਕਾਰ ਆ ਰਹੀ ਆ। ਇੱਕ ਟਾਈਮ ਇੱਦਾਂ ਦਾ ਆਉਣਾ ਇਹ ਲੋਕਾਂ ਨੇ ਮਿੰਨਤਾਂ ਕਰਿਆ ਕਰਨੀਆਂ ਭਾਈ ਸਾਡੀ ਸਰਕਾਰ ਇੱਕ ਵਾਰੀ ਲਿਆ ਦਿਓ, ਸਾਨੂੰ ਇੱਕ ਵਾਰ ਮੌਕਾ ਦੇ ਦਿਓ, ਸਾਨੂੰ ਇੱਕ ਵਾਰੀ ਸੀਟ ਜਿਤਾ ਦਿਓ। ਮੈਂ ਗਰੰਟੀ ਇਸ ਚੀਜ਼ ਦੀ, ਇਹ ਲੋਕ ਜਿਹੜੇ ਅੱਜ ਤੁਹਾਡੇ ਮਗਰ ਫਿਰਦੇ ਨਾ, ਇਹ 5 ਸਾਲ ਵੇਟ ਦੇਖਿਓ ਕਿਹਦੇ ਘਰ ਪਹਿਲਾਂ 5 ਸਾਲ ਪਹਿਲਾਂ ਆਏ ਸੀ ਤੇ ਕਿਹਦੇ ਘਰ ਡੇਲੀ ਜਾਂਦੇ ਨੇ। ਸਾਰਜਵੀਰ ਨੇ ਲਿਖਿਆ ਜੀ, ਜੋ ਲੋਕ ਇਹ ਕਹਿੰਦੇ ਨੇ ਕਿ ਬੀਜੇਪੀ ਦੀ ਬੀ ਟੀਮ ਆ ਤਾਂ ਕਰਕੇ ਦਿੱਲੀ ਵਿੱਚ ਐਮਪੀ ਦੀ ਨਹੀਂ ਜਿੱਤ ਹੋ ਸਕਦੀ, ਉਹਨਾਂ ਨੂੰ ਕਹੋ ਕਿ ਆਪ ਨੂੰ ਵਧੀਆ ਕੰਮ ਚਾਹੀਦੇ ਨੇ, ਚਾਹੇ ਉਹ ਕਿਸੇ ਦੀ ਵੀ ਟੀਮ ਹੋਵੇ। ਬਿਲਕੁਲ ਭਾਜੀ, ਪੰਜਾਬ ਦੇ ਵਿੱਚ ਮੇਰੇ ਵੱਲੋਂ ਤਾਂ ਜੀ ਭਾਵੇਂ ਕਾਲੇ ਚੋਰ ਦੀ ਟੀਮ ਹੋਵੇ, ਅਸੀਂ ਦੱਸੋ ਕੀ ਲੈਣਾ। ਸਾਨੂੰ ਤਾਂ ਸਾਡਾ ਪੰਜਾਬ ਸਵਸਥ ਚਾਹੀਦਾ ਭਾਈ, ਸਾਨੂੰ ਤਾਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਕੰਮ ਨੇ ਉਹ ਚਾਹੀਦੇ ਨੇ। ਅਸੀਂ ਦੱਸੋ ਅੰਬ ਲੈਣੇ ਆ, ਚਾਹੇ ਉਹ ਕਾਲਾ ਚੋਰ ਹੀ ਹੋਵੇ। ਮੇਰੇ ਵੱਲੋਂ ਪੰਜਾਬ ਭਾਵੇਂ ਸਾਰਾ ਲੁੱਟ ਕੇ ਲੈ ਜਾਓ, ਪਰ ਸਾਡੇ ਪੰਜਾਬ ਦਾ ਭਲਾ ਕਰਕੇ ਜਾਣ। ਕੈਪਟਨ ਅਮਰਿੰਦਰ ਸਿੰਘ ਸਾਹਿਬ ਦਾ ਜਿਹੜਾ ਫਲੈਟ ਸਿਸਵਾ ਦੇ ਵਿੱਚ ਆ ਬਈ, ਉਦੋਂ ਦਾ ਫਲੈਟ ਮੈਨੂੰ ਲੱਗਦਾ ਵੀ ਜੇ ਸਾਡਾ ਹੋਵੇ ਤਾਂ ਕਿਆ ਬਾਤਾਂ ਨੇ। ਪਰ ਉਹ ਫਲੈਟ ਬਣਾਉਣ ਦੇ ਲਈ ਸਾਨੂੰ ਐਮਪੀ ਬਣਨਾ ਪਊਗਾ, ਸਾਨੂੰ ਠੱਗੀਆਂ ਮਾਰਨੀਆਂ ਪੈਣਗੀਆਂ, ਸਾਨੂੰ ਪੰਜਾਬ ਨੂੰ ਲੁੱਟਣਾ ਪਊਗਾ, ਠੀਕ ਹੈ, ਫੇਰ ਜਾ ਕੇ ਸਾਡਾ ਉਹ ਬਣਨਾ। ਠੀਕ ਹੈ ਜੀ। ਰੇਤਾ ਤੋਂ ਜਿਹੜਾ 10-10 ਕਰੋੜ ਰੁਪਇਆ ਚੰਨੀ ਦੇ ਘਰਾਂ ਦੇ ਵਿੱਚੋਂ ਨਿਕਲਦਾ ਆ, ਉਹਨਾਂ ਨੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚੋਂ, ਉਹ ਉਹਨਾਂ ਨੇ ਗੰਢੇ ਗੋੜ ਕੇ ਥੋੜ੍ਹੀ ਬਣਾਇਆ ਹੋਇਆ ਵੀ ਜਾਂ ਘਰਾਂ 'ਚ ਫਸਲਾਂ ਬੀਜ ਕੇ ਬਣਾਇਆ ਹੋਇਆ। ਉਹਨਾਂ ਨੇ ਸਾਡੇ ਹੀ ਲੁੱਟ ਬਣਾਏ ਆ। ਨਹੀਂ ਭਾਈ, ਅਸੀਂ ਆਪਣਾ ਟੈਕਸ ਦਿੰਦੇ ਆ, ਉਹ ਸਾਡੀਆਂ ਸਾਡੇ ਜਿਹੜੇ ਖਣਿਜ ਪਦਾਰਥ ਨੇ, ਸਾਡੀ ਰੇਤਾ ਹੋ ਗਈ, ਸਾਡੇ ਪਾਣੀ ਹੋ ਗਈ, ਸਾਡੀ ਬਿਜਲੀ ਹੋ ਗਈ, ਇਹਨਾਂ ਦਾ ਸੌਦਾ ਕਰਕੇ 2 ਨੰਬਰ ਦੇ ਵਿੱਚ ਚੀਜ਼ਾਂ ਬਣਾਈ ਜਾਂਦੇ ਨੇ। ਹਾਂਜੀ, ਅਵਤਾਰ ਚੰਦ ਨੇ ਨੂਰਮਹਿਲ ਵਿੱਚ ਬਸਪਾ ਦਾ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਚੋਣਾਂ ਵੇਲੇ ਕਾਂਗਰਸ ਨਾਲ ਸਮਝੌਤਾ ਸੀ ਤੇ 3 ਸਾਲ ਪਹਿਲਾਂ ਹੁਣ ਅਕਾਲੀ ਦਲ ਨਾਲ ਸਮਝੌਤਾ। ਇਹ ਰਲੇ ਹੋਏ ਨੇ, ਆਮ ਜਨਤਾ ਨੂੰ ਝੂਠੇ ਪਰਚੇ ਹੀ ਮਿਲਣੇ ਨੇ। ਬਿਲਕੁਲ ਭਾਜੀ, ਬਿਲਕੁਲ ਜੀ, ਤੁਸੀਂ ਸੱਚ ਕਿਹਾ ਜੀ। ਜੇ ਆਮ ਜਨਤਾ ਦੇ ਕੋਲ ਤਾਂ ਸਿਰਫ ਇਹੀ ਚੀਜ਼ਾਂ ਨੇ ਵੀ ਇੱਕ ਨੂੰ ਫਸਾ ਦਿਓ, ਦੂਜੇ ਨੂੰ ਕੱਢ ਦਿਓ, ਦੂਜੇ ਨੂੰ ਫਸਾ ਦਿਓ, ਤੀਜੇ ਨੂੰ ਕੱਢ ਦਿਓ। ਥਾਣਿਆਂ ਦੇ ਵਿੱਚ ਕਿਸੇ ਦੀ ਸੁਣਵਾਈ ਨਹੀਂ ਹੁੰਦੀ, ਤੁਹਾਨੂੰ ਪਤਾ ਹੀ ਹੈ ਜੀ। ਥਾਣੇ ਦੇ ਵਿੱਚ ਸਿਰਫ ਤੇ ਸਿਰਫ ਤੁਹਾਨੂੰ ਉਲਝਾਇਆ ਜਾਊਗਾ ਵੀ ਲੈ ਤੇਰੇ ਦਾ ਪਰਚਾ ਦਰਜ ਹੋਊ ਬਈ, ਤੇਰਾ ਤਾਂ ਹੁਣ ਗਿਆ ਕੰਮ, ਚੱਲ ਵੀ ਐਮਐਲਏ ਸਾਹਿਬ ਨੂੰ ਫੋਨ ਕਰੀਏ। ਐਮਐਲਏ ਸਾਹਿਬ ਵਿਚਾਰਾ ਫੋਨ ਕਰ ਦਿੰਦਾ, ਬਸ ਉਸ ਤੋਂ ਬਾਅਦ ਬੱਲੇ ਆ ਜੀ, ਐਮਐਲਏ ਸਾਹਿਬ ਨੇ ਮੈਨੂੰ ਬਚਾ ਲਿਆ, ਐਮਐਲਏ ਸਾਹਿਬ ਨੇ ਮੈਨੂੰ ਬਚਾ ਲਿਆ। ਭਾਈ ਸਾਹਿਬ, ਜੇ ਤੁਸੀਂ ਗਲਤ ਕੰਮ ਕਰੋਗੇ ਉਹਦਾ ਨਤੀਜਾ ਤੁਹਾਨੂੰ ਗਲਤ ਮਿਲਣਾ ਹੀ ਮਿਲਣਾ, ਚਾਹੇ ਜੋ ਮਰਜ਼ੀ ਕਰ ਲਓ। ਜੇ ਤੁਸੀਂ ਸਹੀ ਹੋ, ਤੁਹਾਡੇ ਬੇਸ਼ੱਕ ਪਰਚਾ ਦਰਜ ਹੋ ਸਕਦਾ ਆ, ਪਰ ਤੁਸੀਂ ਉਸ ਪਰਚੇ ਦੇ ਵਿੱਚੋਂ ਨਿਕਲ ਵੀ ਸਕਦੇ ਹੋ। ਤੁਹਾਡੇ ਕੋਲ ਰਾਈਟ ਨੇ ਪੂਰੇ। ਤੁਹਾਡੇ ਕੋਲ ਕੋਈ ਇੱਦਾਂ ਦਾ ਬੰਦਾ ਨਹੀਂ ਹੈਗਾ ਜਿਹੜਾ ਤੁਹਾਡੇ ਤੇ ਝੂਠੇ ਪਰਚਾ ਨੂੰ ਕਰ ਦੂਗਾ ਤਾਂ ਤੁਹਾਡੇ ਤੇ ਕਹਿਣਗੇ ਚੱਲ ਬਈ ਇਹਨੂੰ ਅੰਦਰ ਤੱਕ ਦਿਓ। ਜੇ ਇਹ ਚੀਜ਼ ਹੋਣ ਲੱਗ ਪਈ ਤਾਂ ਮੇਰੇ ਹਿਸਾਬ ਨਾਲ ਤਾਂ ਜਿਹੜਾ ਬੰਦਾ ਜਿਹਨੂੰ ਮਰਜ਼ੀ ਚਾਹੇ ਅੰਦਰ ਕਰ ਦੇਵੇ।
इस करके डरन की लोड़ नहीं। इस बार जी हुण इस टाइम मौका थोड़े कोल आ, इस टाइम थोड़े हत्थ दे विच आ चीज़ां। अपनी मर्जी नाल इंटरव्यू लिया करो। जिहड़ा MLA तुहाडे घर आउंदा उहनूं बिठाया करो, पुंजे बिठा, बैठ भी भाई इत्थे मंजे ते साइड ते बैठ, दस की करेगा मेरे घर दे लई, मेरे पंजाब दे लई की करेगा। ਉਹਦੀ इंटरव्यू करो भाई, की क्वालिफिकेशन है तेरी, 10 सालों 5 सालों की किया साडे पंजाब दे लई। पुछो ਉਹਨੂੰ, ਉਹਦਾ रिपोर्ट कार्ड लो, ਕਿਹੜੀ गली नाली पक्की कराई आ, ਕਿਹੜੀ गली नाली पटाई आ, ਕਿਹੜੇ काम ਨੂੰ ਕੀ ਕੀਤਾ ਆ, ਕਿੰਨੀ ਗਰੇਤਾਂ ਦੇ फंड खाधे ने भाई, तू ਉਹਨੂੰ ਪੁੱਛਿਆ करो। ਇਹ ਸਾਡੇ ਮੰਤਰੀ ਪਹਿਲਾਂ ਸਾਡੇ ਕੋਲੋਂ ਜਿੱਤ ਕੇ ਉਸ ਤੋਂ ਬਾਅਦ ਸਿੱਧੂ ਵਰਗੇ ਤੂੰ ਤੜਕ ਕਰਕੇ ਗੱਲਾਂ ਕਰਦੇ ਨੇ। ਉਹ ਤੂੰ ਛੱਡ, ਉਹ ਤੂੰ ਉਹਨੂੰ ਕਿਉਂ ਕਹਿਣ ਡਿਆ ਬਾਈ? ਇਸ ਤਰੀਕੇ ਨਾਲ ਗੱਲਾਂ ਕਰਦੇ ਤੂੰ ਤੜਕ ਕਰਕੇ। ਇਸ ਵਾਰੀ ਆਪਣੇ ਕੋਲ ਮੌਕਾ ਆ, ਹੁਣ ਜਵਾਬ ਇਹਨਾਂ ਦੇ ਕੋਲੋਂ ਤੁਸੀਂ ਲੈਣਾ ਆ ਭਾਈ। ਇਸ ਵਾਰ ਚਾਹੁੰਦਾ ਆ ਪੰਜਾਬ, ਦਿਓ ਸਾਨੂੰ ਜਵਾਬ। ਕੱਲੇ ਕੱਲੇ ਕੰਮ ਕੀਤੇ ਤੇ ਜਵਾਬ ਮੰਗੋ। ਘਰ ਆਏ ਨੂੰ ਬਿਠਾਓ, प्यार नाल सत्कार नाल MLA साहब नूं बिठाओ, जिहड़े तुहाडे कोल आउंदे ने उहनां नूं कुर्सियां भी दिओ, एक कापी पैन लैके बैठ जाओ मूहरे। हाँ जी सर, हुण लिखाओ जी कि किहड़े किहड़े काम कीते तुसीं पिंडां 'च, किहड़े किहड़े कामां नूं तुसीं वधावा दित्ता है, किन्ने परचे दर्ज कराए तुसीं, 26 दे किन्ने ने, 302 दे किन्ने ने, नशे दे किन्ने ने। ਇਹ ਲੋਕਾਂ ਇਹਨਾਂ ਦੀਆਂ ਇੰਟਰਵਿਊ ਕਰੋ। ਜਿਹੜੇ ਸਾਨੂੰ 5 ਸਾਲ ਸਾਡੇ ਤੇ ਰਾਜ ਕਰਦੇ ਨੇ ਉਹਨਾਂ ਦੀ ਇੰਟਰਵਿਊ ਕਰ ਲੈਣੀ ਬਣਦੀ ਆ ਭਾਜੀ ਸਾਡੇ ਕੋਲੋਂ। ਜੇ ਪੰਜਾਬ ਨੂੰ ਇੱਕ ਸਹੀ ਰਸਤੇ ਤੇ ਲੈ ਕੇ ਜਾਣਾ ਨਾ, ਇੱਕ ਪੰਜਾਬ ਨੂੰ ਸਹੀ ਦਿਸ਼ਾ ਵੱਲ ਲਿਜਾਣਾ, ਤੇ ਸਾਡੇ ਪੰਜਾਬ ਦੇ ਮੁੰਡਿਆਂ ਨੂੰ, ਨੌਜਵਾਨਾਂ ਨੂੰ, ਪੜ੍ਹੇ ਲਿਖੇ ਨੌਜਵਾਨਾਂ ਨੂੰ ਸਾਨੂੰ ਅੱਗੇ ਆਉਣ ਦੀ ਲੋੜ ਆ। ਇਹ ਲੋਕਾਂ ਦੇ ਰਸਤੇ ਰੋਕਣ ਦੀ ਲੋੜ ਆ। ਹਾਂ ਜੀ ਭਾਈ ਦੱਸੋ, ਕੀ ਕੰਮ ਕੀਤਾ ਸਾਡੇ ਲਈ? ਕਿੰਨੇ ਫੰਡ ਦਿੱਤੇ ਸਾਡੇ ਪੰਜਾਬ ਨੂੰ? ਕਿੰਨੇ ਫੰਡ ਦਿੱਤੇ ਸਾਡੇ ਪਿੰਡ ਨੂੰ? ਉਸ ਤੋਂ ਬਾਅਦ ਜਿੰਨੇ ਉਹਨਾਂ ਨੇ ਦਿੱਤੇ ਹੋਣੇ, ਉਸ ਤੋਂ ਵੱਧ ਫੰਡ ਉਹਨਾਂ ਨੇ ਆਪ ਖਾਧੇ ਹੋਣੇ ਆ ਲੋਕਾਂ ਦੇ ਕੋਲੋਂ। ਕੋਈ ਬੰਦਾ ਇਹ ਕਹਿੰਦਾ ਨਾ ਮੇਰੀ ਸਰਕਾਰ ਨਹੀਂ ਸੀ ਭਾਈ, ਜੇ ਤੇਰੀ ਸਰਕਾਰ ਹੀ ਨਹੀਂ ਸੀ, ਮੈਂ ਉਦੋਂ ਹੀ ਰਿਜ਼ਾਈਨ ਦੇ ਦਿੰਦਾ ਵੀ ਭਾਈ ਮੇਰੇ ਕੋਲੋਂ ਹੱਥ ਖੜੇ ਨੇ ਵੀ ਮੈਂ ਇਸ ਟਾਈਮ ਇੱਥੇ ਨਹੀਂ ਵੋਟਾਂ 'ਚ ਤੁਹਾਨੂੰ ਜਿਤਾ ਸਕਦਾ, ਇਸ ਟਾਈਮ ਮੇਰੇ ਕੋਲ ਫੰਡ ਨਹੀਂ ਦਿੱਤੇ ਜਾਂਦੇ ਪਿੰਡਾਂ ਨੂੰ, ਇਸ ਕਰਕੇ ਮੇਰੇ ਜਗ੍ਹਾ ਤੇ ਆ ਫਲਾਨਾ MP ਜਿਹੜਾ MLA ਆ, ਕਾਂਗਰਸੀ MLA ਆ ਜਾਂ ਅਕਾਲੀ ਦਲ ਦਾ ਜਾਂ ਕੋਈ ਵੀ MLA ਨੂੰ ਮੈਂ ਆਪਣੀ ਸੀਟ ਦੇ ਰਿਹਾ ਭਾਈ, ਕਿਉਂਕਿ ਮੈਨੂੰ ਇਹਦੇ ਫੰਡ ਨਹੀਂ ਮਿਲਣੇ। ਠੀਕ ਹੈ ਜੀ। ਇਸ ਕਰਕੇ ਮੇਨ ਚੀਜ਼ ਸਿੱਧੇ ਤੌਰ ਦੇ ਉੱਤੇ ਕੰਮ ਨੂੰ ਕਰੋ। ਬਾਕੀ ਬਾਈ ਨੇ ਲਿਖਿਆ ਜੀ, ਸਿੱਖ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਸਿਰਫ ਭਗਵੰਤ ਮਾਨ ਦਾ ਹੀ ਵਿਰੋਧ ਕਿਉਂ ਕਰ ਰਹੀਆਂ ਨੇ? ਬੱਬਰ ਤੇ ਭੇਡਾਂ ਨੂੰ ਡਰ ਪੈ ਗਿਆ, ਬੱਬਰ ਤੇ ਭੇਡਾਂ ਨੂੰ ਡਰ ਪੈ ਗਿਆ। ਭਾਜੀ ਬਿਲਕੁਲ ਅਸੀਂ ਇਹੀ ਗੱਲ ਕਰਦੇ ਹਾਂ, ਅਸੀਂ ਤਾਂ ਇਹੀ ਗੱਲਾਂ ਕਰਦੇ ਹਾਂ ਵੀ ਭਾਈ ਕਿਉਂ ਆਖਿਰਕਾਰ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ? ਜਿਹਨਾਂ ਲੋਕਾਂ ਦਾ ਵਿਰੋਧ ਕਰਨਾ ਉਹਨਾਂ ਦਾ ਅਸੀਂ ਵਿਰੋਧ ਕਰਦੇ ਨਹੀਂ, ਪਰ ਅਸੀਂ ਉਲਟੇ ਵਿਰੋਧ ਵਾਲੇ ਪਾਸੇ ਪੈ ਗਏ ਹਾਂ। ਮੈਨੂੰ ਲੱਗਦਾ ਵੀ ਇਸ ਟਾਈਮ ਜੇ ਪੰਜਾਬ ਬਚਾਉਣਾ ਤੇ ਪੰਜਾਬ ਦੀ ਆਵਾਮ ਨੇ ਬਚਾਉਣਾ, ਇਹਨਾਂ ਲੀਡਰਾਂ ਨੇ ਸਾਡਾ ਪੰਜਾਬ ਨਹੀਂ ਬਚਾਉਣ ਦੇਣਾ। ਇਸ ਵਾਰ ਸਾਡੇ ਪੰਜਾਬੀਆਂ ਨੂੰ, ਆਪਣੇ ਪਿੰਡਾਂ ਨੂੰ, ਆਪਣੇ ਘਰਾਂ ਨੂੰ ਯਾਦ ਕਰਕੇ ਦੇਖੋ ਵੀ ਹਾਂ ਵੀ ਤੁਹਾਡੇ ਪਿੰਡਾਂ ਪੰਜਾਬ ਦੇ ਵਿੱਚ 70 ਸਾਲਾਂ ਦੇ ਵਿੱਚ ਕਿਹੜੇ ਕਾਂਗਰਸੀ ਨੇ, ਕਿਹੜੇ ਅਕਾਲੀ ਨੇ, ਕਿਹੜੇ BJP ਨੇ, ਕਿਹੜੇ ਆਮ ਆਦਮੀ ਪਾਰਟੀ ਦੇ, ਕਿਹੜੇ BS, ਕੋਈ ਵੀ ਲਾ ਲਓ, ਕਿਹਨੇ ਤੁਹਾਡੇ ਘਰ ਦਾ ਭਲਾ ਕੀਤਾ ਆ ਤੇ ਕਿਹੜਾ ਭਲੇ ਦੀ ਗੱਲ ਕਰ ਰਿਹਾ ਆ। ਅੱਜ ਜੇ ਭਗਵੰਤ ਮਾਨ ਭਲੇ ਦੀ ਗੱਲ ਕਰ ਰਿਹਾ ਤੇ ਸਾਨੂੰ ਉਹਦੇ ਵਾਸਤੇ ਸੁਣਨਾ ਚਾਹੀਦਾ ਆ, ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਆ। ਸਾਡੇ ਪਿੰਡ ਦੇ ਵਿੱਚ ਸਕੂਲ ਜਦੋਂ ਮੈਂ ਪੜ੍ਹ ਰਿਹਾ ਸੀ ਉਸ ਟਾਈਮ ਦੀ ਹੀ ਸਾਡੇ ਸਕੂਲ ਦੇ ਵਿੱਚ ਟੀਚਰਾਂ ਦੀ ਘਾਟ ਸੀ ਤੇ ਅੱਜ ਤੱਕ ਵੀ ਟੀਚਰਾਂ ਦੀ ਘਾਟ ਪੂਰੀ ਨਹੀਂ ਹੋਈ। ਇਹ ਆ ਸਾਡੇ ਸਕੂਲ ਦਾ, ਸਾਡੇ ਪੰਜਾਬ ਦਾ ਵਿਕਾਸ ਕਾਰਜ। MLA ਬਣਾ ਦਿਓ, MP ਬਣਾ ਦਿਓ, MP ਬਣਾ, PM ਬਣਾ ਦਿਓ, CM ਬਣਾ ਦਿਓ, ਬਈ ਸਾਡੇ ਪੰਜਾਬ ਲਈ ਕੀਤਾ ਕੀ ਆ ਉਹਨਾਂ ਨੂੰ ਇਹ ਜ਼ਰੂਰ ਪੁੱਛੋ। ਭਾਈ ਸਿੱਖ ਜਥੇਬੰਦੀਆਂ ਵਾਲਿਓ, ਭਾ ਮੇਰਿਓ, ਇੱਕ ਬੇਨਤੀ ਕਰਦੇ ਆ ਵੀ ਤੁਸੀਂ, ਸਾਨੂੰ ਪਤਾ ਤੁਸੀਂ ਬਹੁਤ ਸੇਵਾ ਕਰਦੇ ਹੋ ਪੰਜਾਬ ਦੀ, ਬਹੁਤ ਸੇਵਾ ਕਰਦੇ ਹੋ ਤੁਸੀਂ ਆਪਣੇ ਹਰੇਕ ਜਗ੍ਹਾ ਦੇ ਉੱਤੇ, ਗੁਰਦੁਆਰਾ ਸਾਹਿਬ ਦੀ। ਪਲੀਜ਼ ਗਲਤ ਬੰਦਿਆਂ ਦਾ ਵਿਰੋਧ ਕਰੋ, ਜਿਹੜੇ ਬੰਦੇ ਗਲਤ ਨੇ, ਜਿਹੜੇ ਬੰਦਿਆਂ ਦੇ ਕੋਲ ਕੋਈ ਰਾਈਟ ਹੀ ਹੈ ਨਹੀਂ ਕਿਸੇ ਚੀਜ਼ ਨੂੰ ਕਰਨ ਵਾਸਤੇ, ਤੁਸੀਂ ਉਸ ਬੰਦਿਆਂ ਨੂੰ ਰੋਕ ਰਹੇ ਹੋ। ਉਹ ਲੋਕਾਂ ਨੂੰ ਰੋਕ ਕੇ ਦਿਖਾਓ, ਸਾਡਾ ਵੀ ਮਨ ਫਖਰ ਨਾਲ ਉੱਚਾ ਹੋਵੇ ਯਾਰ ਵੀ ਵਾਕਈ ਵੀ ਇਹਨਾਂ ਨੇ ਕੱਲ੍ਹ ਰੋਕ ਲਿਆ ਨਵਜੋਤ ਸਿੰਘ ਸਿੱਧੂ, ਇਹਨਾਂ ਨੇ ਰੋਕ ਲਿਆ ਸੁਖਬੀਰ ਬਾਦਲ, ਇਹਨਾਂ ਰੋਕ ਲਿਆ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਅੱਜ ਵੀ ਸਿਸਵਾ 'ਚ ਬੈਠਾ ਨਜ਼ਾਰੇ ਲੈਣ ਡਿਆ ਭਾਈ। ਕਿਹੜੇ ਗਏ ਸੀ ਲੀਡਰ, ਜਾਂ ਕਿਹੜੇ ਕਿਸਾਨ ਜਥੇਬੰਦੀਆਂ ਵਾਲੇ ਗਏ ਸੀ ਉਹ ਦੱਸ ਦਿਓ ਮੈਨੂੰ, ਤੇ ਜਾਂ ਜਿਹੜੇ ਵਿਚਾਰੇ ਸਿੱਖ ਜਥੇਬੰਦੀਆਂ ਵਾਲੇ ਸੀ ਉਹ ਗਏ ਸੀ ਮੈਨੂੰ ਉਹ ਦੱਸ ਦਿਓ ਮੈਨੂੰ। ਇੱਕ ਗਰੀਬ ਤੇ ਬੇਅਦਬੀ ਦਾ ਪਰਚਾ ਕਰਾਉਣਾ ਇਹਨਾਂ ਲਈ ਸੌਖਾ ਆ। ਇੱਕ ਨੌਜਵਾਨ, ਇੱਕ ਵਿਚਾਰੇ ਬੱਚੇ ਨੂੰ ਜਿਹੜਾ ਵਿਚਾਰਾ ਰੋਟੀ ਲੈਣ ਗਿਆ ਗੁਰਦੁਆਰੇ ਦੇ ਅੰਦਰ, ਉਹਨੂੰ ਮਰਵਾਉਣਾ ਸੌਖਾ ਆ, ਪਰ ਸਾਡੇ ਪੰਜਾਬ ਦੇ ਹੱਕ ਦੀ ਗੱਲ ਕਰਨੀ ਸਭ ਤੋਂ ਵੱਡੀ ਔਖੀ ਆ ਜੀ।
मैं तो क्लीयर जी गल करदा, जिस बंदे नूं भी मेरिया गल्लां तो नहीं हैगा कुछ प्रॉब्लम, मेरी गल तो कोई प्रॉब्लम हैगी आ, वो बंदा मेरे नंबरां ते मेरे फोन दे इसे पेज के उत्ते मेरा नंबर दिता होया है जी, उस नंबर के उत्ते मैनूं कॉल कर लैण, मेरे नाल गलबात कर लैण, मेरे को टाइम नाल मैनूं दिओ टाइम, मैं तुहाडे कोल पहुंचदा जी। ਤੁਹਾਨੂੰ मैं सवाल करूँगा, तुसीं मैनूं सवाल करो, तो सवाल जवाब ਦੇ ਵਿੱਚ देखते हैं भी कौन ਕਿਹੜੀ ਗੱਲ ਕੀ ਕਰਦਾ ਆ। ਅਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਨੀ ਹੈ ਤੇ ਪੰਜਾਬ ਨੂੰ ਹਮੇਸ਼ਾ ਬਚਾਉਣਾ ਆ। ਸਾਡੇ ਕਾਂਗਰਸੀਆਂ ਨੇ, ਸਾਨੂੰ ਅਕਾਲੀਆਂ ਨੇ ਕੁਛ ਨਹੀਂ ਦਿੱਤਾ 70 ਸਾਲਾਂ ਦੇ ਵਿੱਚ। ਇਸ ਵਾਰ ਜੇ ਆਪਾਂ ਪੰਜਾਬ ਨੂੰ ਚੇਂਜ ਦੇਵਾਂਗੇ, ਸ਼ਾਇਦ ਪੰਜਾਬ ਹੀ ਸਾਨੂੰ ਕੁਛ ਨਾ ਕੁਛ ਅੱਗੇ ਲੈ ਕੇ ਜਾਵੇ। ਭਾਈ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਜੀ, ਇਸ ਵਾਰ ਜ਼ਰੂਰ ਚੇਂਜ ਕਰੋ। इस बार 2017 वाला काम ना होवे। इस बार जे सरकार बनाओ तो 80+ सीटां ना बना के दिओ। जे इस बार फिर उही भेडां दोबारा मुड़ के आ गई ना बई, फिर समझ लो 5 साल फिर तुसीं धक्का लाउंदे रहना भी लै भी इस बार भी विकास होऊगा, इस बार भी सानूं नौकरियां मिलणगियां, इस बार भी साडे जिहड़े बेचारे बच्चे ने वो पढ़ लैणगे ना, प्राइवेट स्कूलों के बढ़ावे वधी जाने ने। इस करके बेनती है भाजी, सारे हथ जोड़ के बेनती कर रहे हैं, भरा मेरे सौं खा लो इस बार, तो ठोक के कह दो, कह रहे हैं भी भाई आम आदमी को सपोर्ट कर दो। आप इस बार एक मौका दे के देखिए, 5 साल ही सही, कोई गल नहीं, 5 साल बाद देख लेंगे, अगे 70 साल वेट कर लीए तो हम 5 साल होर सही। पर प्लीज़ इस बार खुंझो ना, मौका ना खुंझा दो, अखा बंद जरूर रखियो भी की करने। अज मैनू एक केजरीवाल साहब की गल याद आ गई, भगवंत मान साहब उन्होंने गल याद आई भी जे अज डॉक्टर अंबेडकर साहब जींदे होंदे, वो किहनूं वोट पाउंदे। अज मैनू बहुत सोहनी गल लगी ये जो उन्होंने ये गल कही भी अंबेडकर साहब किहनूं वोट पाउंदे जे अज दे टाइम वो जींदे हुंदे। कि अकाली दल नूं पाउंदे जिन्होंने नशे नूं बढ़ावा दिता, कि कांग्रेस नूं पाउंदे जिन्होंने टीचरां दे उत्ते डांगां भराइयां, किहड़ी सरकार नूं किहनूं पाउंदे, कि जिहड़े अपने हैगे ने BSP वाले उन्हां नूं पाउंदे, जिहड़े लोग अपने इन्हों कॉपीराइट दस रहे हैं भी हाँ भी सारी जिम्मेवारी साडी है जी। तुसीं ये सोच के चलो भाई भी डॉक्टर साहब किस सरकार नूं वोट पाउंदे, वो पंजाब नूं अगे लैके आउंदे जां पंजाब नूं गर्क कराउंदे, ये सोच के चलो। जदों मैनूं गल कीती भी केजरीवाल साहब कहते अखां बंद करके देखो भी तुहाडे सामने वो जिहड़े डॉक्टर साहब किहनूं वोट पाउंदे। वाकई वो चीज़ आई अखां च भी ना तो वो अकाली दल नूं पाउंदे, ना ही वो कांग्रेस नूं वोट पाउंदे। वो एक चंगी सरकार नूं वोट पाउंदे, एक चंगे नुमाइंदे नूं वोट पाउंदे, वो एक चंगे विकास नूं वोट पाउंदे, जिस विकास के कारण असीं वोटां ले रहे हैं, जिस विकास के कारण असीं इन्हां नूं 5 सालां बाद जिताउने आ। फिर गल का स्वाद आउंदा। बिल्कुल भाई अखां बंद करके जरूर देखियो भी तुहाडे सामने डॉक्टर साहब खड़े होंदे तो वोट किहनूं पाउंदे, ये जरूर याद रखियो भाई जी, क्योंकि मेन चीज़ यही ही गल आने वाले समय के जी हैगी थोड़े सामने आनी आ। जिन्ना चਿਰ पंजाब का तुसीं चंगा सोचोगे तद ही साडे पंजाब का चंगा होना आ। इन्हां लीडरां ने साडे नाल जो कुछ भी कीता है, जो कुछ भी करना, इन्हां दा सानूं पता ही है जी। इस करके इस बार आपां चेंज लैके आउणा है, चेंज लैके आओ, भगवंत मान साहब नूं जिताइए तां जो इस पंजाब की लीडरशिप नूं एक पंजाब नूं एक भरवां हुंगारा मिले, तां ही पंजाब अगे वधूगा। पंजाब दे विच जे अज पंजाब दे बारे गल करनी है ना, पंजाब एक छोटा जिहा नहीं हैगा, स्टेट नहीं है। पंजाब एक एडा वड्डा स्टेट आ, एक एडा वड्डा अमीर स्टेट आ, जिस पंजाब दे विचों इन्नियां चीज़ां निकल रही ने। जिहड़े लोग भी जिन्ने अकाली दल कांग्रेसी दे किन्ने MP किन्ने MLA किन्ने असीं CM नूं रोटियां लातियां, देखो तुसीं सोच के देखो। इस बार अपनी एक वोट सही रस्ते ते पा के देखियो भाई जी, कितना स्वाद आउंदा। शायद आने वाले 5 सालों बाद एक गारंटी आ, आपां नूं इत्थे बैठ के सरकारां लई लड़न की लोड़ नहीं पैनी, तुहानूं कहण दी लोड़ नहीं पौनी अगले 5 सालों बाद भी वोट किहनूं पाउणी आ। तुसीं खुद अगली बार नूं वोट पा देनी है, तुसीं अगली बार खुद कह देना भाई नहीं वोट पावांगे, इस बंदे नूं पावांगे। भाई बापू दा लाडला बेअंत बादल, कैप्टन केजरी, BJP कांग्रेस RSS झाड़ू, अकाली दल भारती अदालतां, भारती हुकूमत सिख दुश्मन हैं। जेकर तुहानूं हाले तक नहीं इस गल समझ आई तो पंजाब सिख जथेबंदियां नूं डुब्बण तो कोई भी नहीं बचा सकता। कोई एक मिनट जी, कोई नहीं बचा सकता। बिल्कुल भाई जी ये गल पक्की है जी, सानू कोई भी नहीं है इन्ना, सानू इस दलदल दे विचों बचाउण वाला कोई नहीं है। पर मेन चीज़ असीं बदलाव लैके जरूर आईए, शायद हो सकता पंजाब दे विच कुछ नवीं
ਗੱਲ ਨਵੀਂ ਚੀਜ਼ ਸਾਹਮਣੇ ਜ਼ਰੂਰ ਆਵੇ। ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਥੈਂਕ ਯੂ। ਤੁਸੀਂ ਬਹੁਤ ਪਿਆਰੇ ਕਮੈਂਟ ਕੀਤੇ ਨੇ, ਕਈ ਵੀਰਾਂ ਦੇ ਮੇਰੇ ਕੋਲ ਕਮੈਂਟ ਨਹੀਂ ਪੜ੍ਹੇਗਾ, ਸੌਰੀ ਆ ਬਾਈ ਜੀ। ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਜੀ, 24 ਘੰਟੇ ਅਵੇਲੇਬਲ ਆ ਜੀ ਮੇਰਾ ਫੋਨ। ਕਦੀ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਦਿੱਕਤ ਆਉਂਦੀ ਹੈ, ਤੁਹਾਡੇ ਕਿਸੇ ਜਗ੍ਹਾ ਦੇ ਵਿਕਾਸ ਕਾਰਜ ਨਹੀਂ ਹੈ, ਤੁਸੀਂ ਮੈਨੂੰ ਫੋਨ ਕਰੋ, ਮੈਂ ਤੁਹਾਡੇ ਕੋਲ ਸ਼ੂਟ ਕਰਨ ਆਵਾਂਗਾ। ਕਿਸੇ ਵੀ ਬੰਦਿਆਂ ਦੇ ਕੋਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਸਾਡੇ ਕੋਲੋਂ। ਅਸੀਂ ਜਿੱਥੇ ਵੀ ਸ਼ੂਟ ਕਰ ਜਾਂਦੇ ਫ੍ਰੀ ਆਫ ਕਾਸਟ ਸ਼ੂਟ ਕਰਦੇ ਹਾਂ ਭਾਜੀ। ਜਦੋਂ ਵੀ ਤੁਸੀਂ ਸਾਨੂੰ ਹੁਕਮ ਲਾਓਗੇ ਤੁਹਾਡੇ ਕੋਲ ਆਵਾਂਗੇ। ਬਹੁਤ ਬਹੁਤ ਧੰਨਵਾਦ ਬਾਈ। ਸਾਡੇ ਮੇਰੇ ਭਰਾ ਸਾਰੇ ਅੱਜ ਤੱਕ ਬੀਬੀਆਂ ਮੇਰੇ ਨਾਲ ਜੁੜੇ ਹੋਏ ਨੇ, ਤੇ ਇਸ ਕਰਕੇ ਮੇਰਾ ਮਨ ਨਹੀਂ ਕਰਦਾ ਹੈਗਾ ਵੀ ਮੈਂ ਆਪਣਾ ਲਾਈਵ ਜਿਹੜਾ ਬੰਦ ਕਰਾਂ। ਸੋ ਭਾਈ ਇੱਕ ਬੇਨਤੀ ਹੱਥ ਜੋੜ ਕੇ ਦੁਬਾਰਾ ਕਰ ਰਿਹਾ ਹਾਂ ਸਿੱਖ ਜਥੇਬੰਦੀਆਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ, ਭਰਾ ਜੀ ਇਸ ਵਾਰ ਪੰਜਾਬ ਦਾ ਚੰਗਾ ਹੋ ਲੈਣ ਦਿਓ, ਪੰਜਾਬ ਨੂੰ ਇੱਕ ਚੰਗੇ ਰਸਤੇ ਤੇ ਲੈ ਜਾਣ ਦਿਓ। ਜਿੱਦਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ, ਭਗਵੰਤ ਮਾਨ ਨੇ ਸਹੁੰ ਚੱਕ ਲਈ, ਉਸ ਦਿਨ ਸਭ ਤੋਂ ਪਹਿਲਾਂ ਬੋਰਡ ਮੇਰਾ ਹੋਊਗਾ, ਝੰਡਾ ਮੇਰਾ ਹੋਊਗਾ ਭੁੱਲਰ ਸਾਹਿਬ ਦੀ ਰਿਹਾਈ ਨੂੰ ਲੈ ਕੇ। ਉਸ ਤੋਂ ਬਾਅਦ ਜੇ ਵੀ ਸਾਡੀ ਸਰਕਾਰ ਨੇ ਨਾ ਸੁਣੀ ਫਿਰ ਅਗਲੀਆਂ ਗੱਲਾਂ ਬਾਅਦ ਦੇ ਵਿੱਚ ਕਰਾਂਗੇ, ਪਰ ਫਿਲਹਾਲ ਦੀ ਘੜੀ ਜਿਹੜੀ ਇਸ ਪਾਸੇ ਅਸੀਂ ਤੁਰੇ ਹੋਏ ਹਾਂ ਉਸ ਪਾਸੇ ਨੂੰ ਆਪਾਂ ਸਫਲ ਕਰੀਏ। ਸੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ, ਥੈਂਕ ਯੂ ਜੀ।